पर्यो निशाने काओ खेत जो मांड्यो सूरमा अब जूजन को दाओ सूरा सो पहचानिए जो लड़े दीन के हेत पुरजा पुरजा कट मरै कबहू न छाड़ै खेत सूरा सो पहचानिए जो लड़े दीन के हेत। खालसा जी चैनल ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ जिस पास बैठिया सोहिया सबना दा वेसाहो सतनाम श्री वाहिगुरु साहिब जी तनासुरी महला चौथा मेरे साहा मैं हर दर्शन सुख होए हमारी बेदन तू जानता साहा अवर क्या जान को मेरे साहा मैं हर दर्शन सुख होए हमारी बेदना तू जानता साहा अवर क्या जान को। वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा सत संगत जी निमरता दी इंथा शांति दे पुंज सोढी सुल्तान उन्होंने साडे ते कृपा करके उस वैगुरु दे अगे सानू अरदास करन दा ढंग तरीका दस्या है। गुरु प्रताप ग्रंथ का मुतालिया करिए ते दसम पातशाह महाराज जी ने अरदास तो गल आ गई। एक अजैन का रहन वाला गुरु का लाल जिदा नाम विशंबर दास करके लिखा है वो कलगीधर पातशाह के चरणों का भौरा सी। उन्हें बेनती की कि महाराज दिन च कितनी बेर अरदास करनी चाहिए है कदों करनी चाहिए है। तो ज्ञानी संतोख सिंह के मुताबिक वो 100 अरदास का जिक्र है। 100 अरदास का सौन लगे अरदास करनी है पता नहीं सवेरे उठना कि नहीं उठना। अरदास करनी मालका जे सुत्या प्राण निकल गए तो मैनू चरणों में थां दे। दिन चढ़िया है अरदास करनी पातशाह किसी गुरमुख के मत्थे लाई पानी पीता है अरदास करनी वैगुरु इस पानी दे पीण नाल मेरी बुद्धि भ्रिष्ट ना हो जाए मेरे ते मेहर करी ये पानी नाल मेरी बुद्धि सुची रहे। ये मैं केवल उदाहरण मात्र बेनती की है।
100 ਅਰਦਾਸਾਂ ਦੀ ਜਾਣਕਾਰੀ ਦਿੱਤੀ ਹੈ ਕਲਗੀਧਰ ਬਾਪੂ ਨੇ ਬਿਸ਼ੰਬਰ ਦਾਸ ਅਜਾਇਨ ਵਾਲੇ ਗੁਰਸਿੱਖ ਨੂੰ। ਇਸੇ ਪ੍ਰਕਾਰ ਗੁਰਮੁਖੋ ਅੱਜ ਦਾ ਪਾਵਨ ਪਵਿੱਤਰ ਫਰਮਾਨ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਅਸੀਂ ਕਿਵੇਂ ਕਰਨੀ ਹੈ, ਕੀ ਢੰਗ ਤਰੀਕਾ ਹੈ। ਮੈਂ ਲਫ਼ਜ਼ ਕਿਹਾ ਨਿਮਰਤਾ ਦੇ ਪੁੰਜ, ਇਹਦੀ ਉਦਾਹਰਨ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ। ਮੈਂ ਇਹੋ ਜਿਹੇ ਭੋਲੇ ਲੋਕ ਵੇਖੇ, ਇੱਕ ਬੰਦਾ ਕਹਿੰਦਾ ਵੀ ਗਿਆਨੀ ਜੀ ਤੁਹਾਡਾ ਬਾਬਾ ਸ਼੍ਰੀ ਚੰਦ ਬਾਰੇ ਕੀ ਰਾਏ ਹੈ, ਤੁਹਾਡੇ ਮਨ 'ਚ ਉਹਨਾਂ ਦੇ ਬਾਰੇ ਕੀ ਖਿਆਲ ਨੇ। ਮੈਂ ਕਿਹਾ ਮੇਰੇ ਗੁਰੂ ਦਾ ਸਾਹਿਬਜ਼ਾਦਾ ਹੈ, ਮੈਂ ਤਾਂ ਨਮਸਕਾਰ ਕਰਾਂਗਾ ਬਾਬਾ ਸ਼੍ਰੀ ਚੰਦ ਨੂੰ। ਅਸੀਂ ਤਾਂ ਗੁਰੂ ਕੇ ਜੋੜੇ ਵੇਖੇ ਨੇ, ਤਖਤ ਸਾਹਿਬ ਪਟਨਾ ਸਾਹਿਬ ਤੇ ਗੁਰੂ ਕੇ ਜੋੜਿਆਂ ਨੂੰ ਮੱਥਾ ਟੇਕਦੇ ਹਾਂ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਪੁੱਤ ਜੰਮ ਕੇ ਬਣੇ ਆਇਆ ਨਾ, ਪਤਾ ਨਹੀਂ ਕਿੰਨੀ ਕੁ ਦੀ ਕਮਾਈ ਹੈ। ਮੇਰੇ ਮਨ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ ਬਾਬਾ ਸ਼੍ਰੀ ਚੰਦ ਦਾ, ਕਿਉਂਕਿ ਮੇਰੇ ਗੁਰਦੇਵ ਦਾ ਸਾਹਿਬਜ਼ਾਦਾ ਹੈ। ਪਰ ਸੁਭਾਅ ਆਪੋ ਆਪਣਾ। ਇੱਕ ਸਰਪੰਚ ਲੋਕਾਂ ਦੀਆਂ ਪਰਚੀਆਂ ਨਾਲ ਸਰਪੰਚ ਬਣਦਾ ਤੇ ਉਹਦੇ ਭਤੀਜੇ ਉੱਚੇ ਉੱਚੇ ਹੋ ਕੇ ਤੁਰਦੇ ਨੇ ਵੀ ਅਸੀਂ ਸਰਪੰਚ ਦੇ ਭਤੀਜੇ ਆ। ਮਾਮੂਲੀ ਜੀ ਗੱਲ। ਸਾਡਾ ਥਾਣੇਦਾਰ ਫੁੱਫੜ ਹੈ ਤੇ ਜਿਹਦਾ ਗੁਰੂ ਨਾਨਕ ਪਿਓ ਹੋਵੇ, ਗੁਰਮੁਖੋਂ ਮਾੜੀ ਮੋਟੀ ਆਕੜ ਫਾਕੜ ਆਈ ਜਾਂਦੀ ਕਿ ਮੈਂ ਗੁਰੂ ਨਾਨਕ ਦਾ ਪੁੱਤ ਹਾਂ, ਜਿਹੜੇ ਗੁਰੂ ਨਾਨਕ ਨੂੰ ਮੱਕੇ ਨੇ ਵੀ ਸਿਜਦਾ ਕੀਤਾ। ਇਹ ਗੱਲ ਵਿੱਚੋਂ ਸੁਭਾਵਿਕ ਆ ਗਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਮਿਲੇ ਤੇ ਸੁਭਾਅ ਦੇ ਮੁਤਾਬਕ ਕਹਿਣ ਲੱਗੇ ਮਹਾਰਾਜ ਤੁਹਾਡਾ ਦਾੜਾ ਬੜਾ ਲੰਮਾ ਤੇ ਬੜਾ ਸੁੰਦਰ ਹੈ। ਹੁਣ ਤਾਂ ਆਪਾਂ ਦਾੜੀਆਂ ਦੀ ਕਦਰ ਹੀ ਨਹੀਂ ਕਰਦੇ, ਕਿਸੇ ਲਾਲ ਰੰਗ ਲਾ ਦਿੱਤਾ, ਕਿਸੇ ਕਾਲਾ ਲਾ ਦਿੱਤਾ, ਕੋ ਵੱਢੀ ਜਾਂਦਾ। ਮੈਂ ਹੈਰਾਨ ਹਾਂ, ਦਾੜੀ ਏਡੀ ਪਾਕ ਪਵਿੱਤਰ ਹੈ ਤੇ ਕਈ ਲੋਕ ਦਾੜੀ ਦੇ ਦਾਲੇ ਦੁਆਏ ਹੋਏ ਰਹਿੰਦੇ ਨੇ। ਸੱਜੇ ਪਾਸੇ ਤੋਂ ਵਾਲ ਪੁੱਟੇ, ਕਦੇ ਖੱਬੇ ਤੋਂ ਪੁੱਠੇ। ਇਹ ਨਾ ਪੁੱਟਿਆ ਕਰੋ ਕਿ ਸਿੱਖੀ ਦੀ ਜੜ ਹੈ। ਇਹ ਸੁਭਾਵਿਕ ਗੱਲ ਆ ਗਈ। ਕਹਿਣ ਲੱਗੇ ਮਹਾਰਾਜ ਤੁਹਾਡਾ ਦਾੜਾ ਬੜਾ ਸੁੰਦਰ ਹੈ, ਤੁਹਾਡਾ ਦਾੜਾ ਬੜਾ ਲੰਮਾ ਹੈ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੈਨੂੰ ਕਰੋੜਾ ਵੇਰਾ ਨਮਸਕਾਰ। ਕਹਿੰਦੇ ਬਾਬਾ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾਲਦੀ ਇਹ ਖੀਰ ਹੈ। ਇੱਕਦਮ ਧਨਮ ਕਰਕੇ ਬਾਬਾ ਸ਼੍ਰੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਤੇ ਡੇਕੇ ਕਹਿਣ ਲੱਗਾ ਮੈਨੂੰ ਅੱਜ ਪਤਾ ਲੱਗਾ ਵੀ ਅਸੀਂ ਖਾਲੀ ਕਿਵੇਂ ਰਹਿ ਗਏ ਤੇ ਤੁਹਾਡੀਆਂ ਝੋਲੀਆਂ ਕਿਵੇਂ ਭਰ ਗਈਆਂ। ਤੁਹਾਡੇ 'ਚ ਇੰਨੀ ਨਿਮਰਤਾ, ਉਹ ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਵੇਂ ਸਾਨੂੰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸ ਰਹੇ ਨੇ, ਇਹਨੂੰ ਕੇਵਲ ਸੁਣੀਏ ਹੀ ਨਾ, ਇਹਨੂੰ ਕੇਵਲ ਬੋਲੀਏ ਨਾ। ਗੁਰੂ ਸਾਡੇ ਤੇ ਮਿਹਰ ਕਰੇ ਕਿਤੇ ਇਹ ਸਿਧਾਂਤ ਸਾਡੇ ਅੰਦਰ ਵਸ ਜਾਣ। ਹਜ਼ੂਰ ਜਿਵੇਂ ਕਿਰਪਾ ਕਰਦੇ ਨੇ, ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਤਨਾਸਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ। ਤੂੰ ਮੇਰਾ ਸ਼ਾਹੂਕਾਰ ਹੈ ਤੇ ਤੇਰੇ ਦਰਸ਼ਨ ਦੇ ਨਾਲ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮੈਂ ਲਫ਼ਜ਼ ਵਰਤਿਆ ਪਰਮ ਸੁਖ। ਪਰਮ ਸੁਖ ਇਸ ਕਰਕੇ ਕਿਉਂਕਿ ਖੱਖੇ ਦੇ ਪੈਰ ਥੱਲੇ ਔਂਕੜਾ ਹੈ। ਅਗਰ ਸੁਖ ਹੁੰਦਾ ਨਾ ਤੇ ਫਿਰ ਇਹਦਾ ਅਰਥ ਪਰਮ ਸੁਖ ਨਹੀਂ ਸੀ ਬਣਨਾ। ਇਹ ਪਰਮ ਸੁਖ ਦਾ ਭਾਵ ਹੁੰਦਾ ਹੈ ਉਹ ਸੁਖ ਜਿਹੜਾ ਸਦੀਵੀ ਤੌਰ ਤੇ ਬਣਿਆ ਰਹੇ। ਆਪਾਂ ਸੁੱਖ ਸਾਰੇ ਆਪਾਂ ਨੂੰ ਵਾਹਿਗੁਰੂ ਦਿੰਦਾ। ਸਾਡੇ ਘਰ ਪੋਤਰਾ ਆਇਆ ਤਾਂ ਵੀ ਮਨ ਖੁਸ਼, ਦੋਤਰਾ ਆਇਆ ਤੇ ਤਾਂ ਵੀ ਮਨ ਨੂੰ ਠੰਡ ਪੈ ਗਈ,
ਹੋਰ ਕੋਈ ਚੰਗੀ ਖਬਰ ਮਿਲੀ ਤੇ ਮਨ ਨੂੰ ਸ਼ਾਂਤੀ ਆਈ, ਪਰ ਉਹ ਸਦੀਵੀ ਨਹੀਂ ਰਹਿੰਦੀ, ਉਹ ਟੈਂਪਰੇਰੀ ਹੁੰਦੀ ਹੈ। ਜਿਹੜਾ ਦਰਸ਼ਨ ਲਫ਼ਜ਼ ਹੈ ਨਾ, ਇਹਦੀਆਂ ਗੁਰਮੁਖੋਂ 4-5 ਕਿਸਮਾਂ ਲਿਖੀਆਂ ਨੇ ਸਾਡੇ ਵਡੇਰਿਆਂ ਨੇ। ਸੁਪਨ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ਼ਬਦ ਦਰਸ਼ਨ। ਸੁਪਨ ਦਰਸ਼ਨ ਦਾ ਭਾਵ ਹੁੰਦਾ ਹੈ ਕਿ ਸੁਪਨੇ ਵਿੱਚ ਦਰਸ਼ਨ ਹੋਣੇ ਤੇ ਜਾਗ ਖੁੱਲਣੀ ਤੇ ਕੁਝ ਵੀ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਬੋਲ ਨੇ, ਉਹਨਾਂ ਲਿਖੇ ਵਾਹਿਗੁਰੂ ਨੂੰ ਸੰਬੋਧਨ ਕਰਕੇ, ਕਿਉਂਕਿ ਗੁਰੂ ਦੇ ਪਿਆਰ ਵਾਲੇ ਸਨ। ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਤਾਂ ਗਲ ਬੱਕੜੀ ਪਾਈ, ਨਿਰੇ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਵਾਹਿਗੁਰੂ ਤੂੰ ਚਾਨਣਾ, ਆਨੰਦ ਤਾਂ ਆਇਆ ਪਰ ਜਾਗ ਖੁੱਲੀ ਤੇ ਤੂੰ ਗਵਾਚ ਗਿਓ। ਸੁਪਨੇ ਦਾ ਦਰਸ਼ਨ ਟੈਂਪਰੇਰੀ। ਚਿੱਤਰ ਦਰਸ਼ਨ, ਜਿਹਨੂੰ ਮੂਰ ਦਰਸ਼ਨ ਵੀ, ਕਿਉਂਕਿ ਚਿੱਤਰ ਤੇ ਮੂਰ ਤੇ ਕੁਝ ਲਫ਼ਜ਼ ਸਾਂਝਾ ਹੈ। ਫੋਟੋ ਤੋਂ ਵੇਖ ਕੇ ਸਾਨੂੰ ਯਾਦ ਆਉਂਦਾ ਵੀ ਇਹ ਫਲਾਣੇ ਸ਼ਹੀਦ ਦੀ ਫੋਟੋ ਹੈ, ਫਲਾਣੇ ਭਗਤ ਦੀ ਫੋਟੋ ਹੈ, ਫਲਾਣੇ ਗੁਰਮੁਖ ਦੀ ਫੋਟੋ ਹੈ। ਲੇਕਿਨ ਉਹ ਚਿੱਤਰ ਦਰਸ਼ਨ ਵੀ ਝੂਠਾ ਹੈ। ਜਿਹਦਾ ਚਿੱਤਰ ਹੈ ਨਾ, ਉਹ ਕਦੇ ਜਵਾਨ ਹੋਵੇਗਾ, ਕਦੇ ਬੁੱਢਾ ਵੀ ਹੋਇਆ ਹੋਵੇਗਾ। ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਚਿੱਤਰ ਵੇਖਦੇ ਆ ਨਾ, ਤੇ ਤਕਰੀਬਨ ਜਿੰਨੀਆਂ ਵੀ ਫੋਟੋਆਂ ਨੇ ਮਹਾਰਾਜ ਦੇ ਚਿੱਟੇ ਦਾੜੇ ਦੀਆਂ, ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਵਾਨੀ 'ਚ ਨਹੀਂ ਰਹੇ? ਉਹ ਵੀ ਝੂਠਾ ਹੈ। ਪ੍ਰਤੱਖ ਦਰਸ਼ਨ ਕੀਤੇ, ਆਪਾਂ ਇੱਕ ਦੂਜੇ ਨੂੰ ਆਹਮਣੇ ਸਾਹਮਣੇ ਹੋ ਕੇ ਮਿਲੇ, ਪਰ ਆਖਰਕਾਰ ਜਿਹਦੇ ਦਰਸ਼ਨ ਕੀਤੇ ਨੇ ਉਹਨੇ ਅੱਖੋਂ ਹੋ ਜਾਣਾ। ਜੇ ਪਰਦੇਸੀ ਤੇ ਪ੍ਰਵੇਸ਼ ਚਲਾ ਜਾਏਗਾ, ਜੇ ਕੋਈ ਉਹਦੀ ਹੋਰ ਜਗ੍ਹਾ ਤੇ ਉੱਥੇ ਚਲਾ ਜਾਏਗਾ। ਸਾਰਿਆਂ ਤੋਂ ਇੰਪੋਰਟੈਂਟ ਹੈ ਸ਼ਬਦ ਦਰਸ਼ਨ। ਸ਼ਬਦ ਸਦੀਵੀ ਤੌਰ ਤੇ ਸਾਡੇ ਹਿਰਦੇ ਵਿੱਚ ਵਸਦਾ। ਇਸ ਕਰਕੇ ਸਾਡੇ ਗੁਰੂ ਨੇ ਸਾਨੂੰ ਮੂਰਤੀਆਂ ਤੋਂ ਵਰਜ ਕੇ, ਸਾਨੂੰ ਸੁਪਨਿਆਂ ਦੇ ਖਿਆਲ ਤੋਂ ਹੋੜ ਕੇ ਸ਼ਬਦ ਨਾਲ ਜੋੜਿਆ, ਕਿਉਂਕਿ ਸ਼ਬਦ ਇਮੋਰਟਲ ਹੈ। ਸ਼ਬਦ ਮਰਦਾ ਨਹੀਂ, ਸ਼ਬਦ ਸਦੀਵੀ ਹੈ। ਇਸ ਕਰਕੇ ਅਸੀਂ ਅਰਦਾਸ ਕਰੀਏ ਕਿ ਮਹਾਰਾਜ ਜਿਹੜਾ ਤੇਰਾ ਸ਼ਬਦ ਹੈ ਨਾ, ਇਹ ਸਦੀਵੀ ਤੌਰ ਤੇ ਸਾਡੇ ਸਾਹਮਣੇ ਰਹਿ। ਤੇ ਜੇ ਸ਼ਬਦ ਸਾਹਮਣੇ ਰਹੇਗਾ ਨਾ, ਤੇ ਸਾਡਾ ਗੁਰੂ ਕਹਿੰਦਾ ਇਹ ਨੇਤਰੋ ਮੇਰ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰਨੇ ਆਲਿਆ। ਇਹ ਮੇਰੀ ਅੱਖੋ ਗਲਤ ਨਾ ਵੇਖਿਆ ਜੇ, ਇਹਨਾਂ ਅੱਖਾਂ 'ਚ ਵਾਹਿਗੁਰੂ ਵਸਦਾ ਹੈ। ਹੇ ਪਰਿਪੂਰਨ ਪ੍ਰਮਾਤਮਾ ਤੂੰ ਸ਼ਾਹੂਕਾਰ ਹੈ, ਕਿਰਪਾ ਕਰ ਮੈਨੂੰ ਸਦੀਵੀ ਸੁਖ ਬਖਸ਼ਣਾ ਕਰ। ਕਿਉਂ ਹਮਰੀ ਬੇਦਨ ਤੂੰ ਜਾਣਤਾ ਸਾਹਾ। ਮੈਂ ਤੇਰੇ ਅੱਗੇ ਬੇਨਤੀ ਤਾਂ ਕੀਤੀ ਵੀ ਮੇਰੀ ਪੀੜ ਨੂੰ ਤੂੰ ਜਾਣਦਾ, ਵੀ ਮੈਨੂੰ ਪੀੜ ਕੀ ਹੈ, ਕੀ ਦਰਦ ਹੈ। ਬੇਦਨ ਕਹਿੰਦੇ ਨੇ ਪੀੜ ਨੂੰ, ਦਰਦ ਨੂੰ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਇੱਕ ਨੁਕਤਾ ਮੈਂ ਤਕਰੀਬਨ ਤੁਹਾਡੇ ਨਾਲ ਸਾਂਝਾ ਕਰਦਾ ਰਹਿਣਾ। ਆਪਾਂ ਜਦੋਂ ਵੀ ਕਿਸੇ ਭੈਣ ਭਰਾ ਦੋਸਤ ਮਿੱਤਰ ਨੂੰ ਮਿਲਦੇ ਤੇ ਆਪਾਂ ਕਹਿੰਦੇ ਤੁਸੀਂ ਕਦੋਂ ਆਇਓ, ਤੇ ਜੇ ਆਪਾਂ ਆਖੇ ਨੇ ਵੀ ਤੂੰ ਕਦੋਂ ਆਇਆ ਤੇ ਪਾਸੇ ਉਹ ਕਹਿਣਗੇ ਨਹੀਂ, ਬੋਲਣ ਦੀ ਅਕਲ ਨਹੀਂ, ਤੂੰ ਕਰਦਾ ਹੈ। ਲੇਕਿਨ ਗੁਰੂ ਕੀ ਬਾਣੀ ਵਿੱਚ ਜਦੋਂ ਵੀ ਪ੍ਰਮਾਤਮਾ ਨੂੰ ਮੁਖਾਤਬ ਕੀਤਾ ਉੱਥੇ ਤੂੰ ਆਖਿਆ। ਕਾਰਨ ਤੁਸੀਂ ਦਾ ਭਾਵ ਹੁੰਦਾ ਬਹੁ ਵਚਨ, ਇੱਕ ਤੋਂ ਜ਼ਿਆਦਾ, 2 4 5 7 ਤੁਸੀਂ। ਤੂੰ ਦਾ ਭਾਵ ਹੈ ਕੇਵਲ ਤੇ ਕੇਵਲ ਇੱਕ ਤੂੰ। ਮੈਂ ਤੇਰੇ ਤੋਂ ਬਿਨਾਂ ਹੋਰ ਦੋ ਚੌ ਨੂੰ ਨਹੀਂ ਮੰਨਦਾ। ਕਿਉਂ? ਤੇਰੇ ਕੋ ਬਰਾਬਰ ਹੋ ਰੱਬ ਹੋਵੇ ਤੇ ਤਾਂ ਕਹਾਂ ਨਾ ਤੁਸੀਂ ਕਦੋਂ ਆਏ ਹੋ, ਤੇ ਤੂੰ ਹੈ ਹੀ ਇੱਕ। ਤੇਰਾ ਸਰੀਰ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਹੇ ਵਾਹਿਗੁਰੂ ਤੂੰ ਮੇਰੀ ਅੰਦਰ ਦੀ ਦਰਦ ਨੂੰ ਜਾਣਦਾ ਹੈ, ਇਸ ਕਾਰਨ ਕਰਕੇ ਤੈਨੂੰ
ਬੇਨਤੀ ਕਰ ਰਿਹਾ ਹਾਂ। ਅਵਰ ਕਿਆ ਜਾਣੈ ਇਹ ਤੇਰੇ ਤੋਂ ਕੋਈ ਬਿਨਾਂ ਜਿਹੜਾ ਹੋਰ ਇਸ ਗੱਲ ਨੂੰ ਜਾਣਦਾ ਨਹੀਂ, ਸਮਝਦਾ ਨਹੀਂ। ਰਹਾਉ ਬਸ ਰਾਮ ਦੇ ਕਰਕੇ ਦਇਆ ਕਰਦੇ ਹਨ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਸਾਹਿਬ ਦਾ ਭਾਵ ਹੁੰਦਾ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ। ਅੰਗਰੇਜ਼ਾਂ ਦੇ ਜ਼ਮਾਨੇ 'ਚ ਜਦੋਂ ਅੰਗਰੇਜ਼ ਅਫਸਰਾਂ ਨੇ ਆਉਣਾ ਤੇ ਸਾਡੇ ਵਡੇਰਿਆਂ ਨੇ ਕਹਿਣਾ ਸਾਹਿਬ ਆਪਣੇ ਪਿੰਡ ਆਇਆ ਹੈ। ਕਾਫੀ ਸਮਾਂ ਆਜ਼ਾਦੀ ਤੋਂ ਬਾਅਦ 40-45 ਸਾਲ ਬਾਅਦ ਵੀ ਆਮ ਮੂਰਤੀਆਂ ਮਿਲਦੀਆਂ ਨੇ। ਮੇਮ ਸਾਹਿਬ ਦੀ ਮੂਰਤੀ। ਸਾਹਿਬ ਦਾ ਭਾਵ ਹੈ ਸਾਰਿਆਂ ਤੋਂ ਉੱਚਾ। ਹੇ ਵਾਹਿਗੁਰੂ, ਇੱਕ ਤਾਂ ਤੂੰ ਸੱਚਾ ਹੈ, ਇੱਕ ਸਾਰਿਆਂ ਤੋਂ ਉੱਚਾ ਹੈ। ਤੇਰਾ ਕੀਆ ਸੱਚ ਸਭ ਹੋਏ। ਬਾਕੀ ਜੋ ਤੂੰ ਕਰਦਾ ਉਹ ਬਿਲਕੁਲ ਦਰੁਸਤ ਹੈ, ਤੂੰ ਗਲਤੀ ਨਹੀਂ ਕਰਦਾ। ਝੂਠਾ ਕਿਸ ਕਉ ਆਖੀਐ ਸਾਹਾ। ਮਹਾਰਾਜ ਝੂਠਾ ਕਿਹਨੂੰ ਕਹਿਣਾ ਕਰੀਏ। ਦੂਜਾ ਨਾਹੀ ਕਿਉਂਕਿ ਕੋਈ। ਤੇਰੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਕਿਹਨੂੰ ਝੂਠਾ ਕਹਿਣਾ ਕਰੀਏ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਸਾਰਿਆਂ ਦੇ ਵਿੱਚ ਵਿਆਪਕ ਹੈ। ਸਾਡੇ 'ਚ ਸੋਚ ਨਹੀਂ। ਕਿਸੇ ਨੇ ਉਹਨੂੰ ਮੰਦਿਰ ਵਿੱਚ ਕਲਪਿਤ ਕਰ ਲਿਆ, ਕਿਸੇ ਨੇ ਉਹਨੂੰ ਮਸੀਤ ਵਿੱਚ ਮੰਨ ਲਿਆ। ਲੇਕਿਨ ਬਾਜਾਂ ਵਾਲਾ ਬਾਪੂ ਕਹਿੰਦਾ ਦਿਉਰਾ ਮਸੀਤ ਸੋਈ, ਪੂਜਾ ਔਰ ਨਮਾਜ਼ ਹੋਈ, ਮਾਨ ਸਭ ਏਕ ਕੇ ਅਨੇਕ ਕੋ ਪ੍ਰਭਾਵ ਹੈ। ਏਕੇ ਨੈਣ ਏਕੇ ਕਾਨ ਏਕੇ ਦੇ, ਏਕੇ ਬਾਨ ਖਾਕ ਬਾਦ ਆਦ ਛਾਓ, ਆਪ ਕੋ ਲਾਓ ਹੈ। ਸਾਰੇ ਪੰਜਾਂ ਤੱਤਾਂ ਦੇ ਬਣੇ ਨੇ। ਮਸੀਤ ਵਿੱਚ ਵੀ ਉਹ, ਮੰਦਿਰ ਦੇ ਵਿੱਚ ਵੀ ਉਹ, ਗੁਰਦੁਆਰੇ ਦੇ ਵਿੱਚ ਵੀ ਉਹ। ਸਭ ਤੁਝੈ ਧਿਆਵਹਿ ਦਿਨ ਰਾਤ। ਇਹ ਵੱਖ-ਵੱਖ ਢੰਗ ਤਰੀਕੇ ਨੇ। ਕੋਈ ਪ੍ਰਾਰਥਨਾ ਕਰਨ ਲੱਗ ਪਿਆ, ਕੋਈ ਦੁਆ ਕਰਨ ਲੱਗ ਪਿਆ, ਕਿ ਕੋਈ ਅਰਦਾਸ ਕਰਨ ਲੱਗ ਪਿਆ। ਇਹ ਸਾਰੇ ਤਿੰਨ ਹੀ ਦਿਨੇ ਰਾਤ ਚੇਤੇ ਕਰਦੇ ਹਨ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ। ਬਾਕੀ ਇੱਕੋ ਇੱਕ ਬੇਨਤੀ ਵੀ ਜਿੰਨੇ ਨੇ ਤੇਰੇ ਮੰਗਤੇ ਹਨ। ਆਪਾਂ ਗੁਰਮੁਖ ਰੋਜ਼ਾਨਾ ਪੜ੍ਹਦੇ ਹਾਂ, ਇਹਨੂੰ ਧਾਰਿਆ ਵੀ ਕਰੀਏ ਅੰਦਰ। ਗੁਰਾ ਇੱਥੇ ਵਿਸਮਕ ਚਿੰਨ੍ਹ ਸਮਝਣ ਲਈ, ਸਾਈਨ ਆਫ ਐਕਸਕਲੇਮੇਸ਼ਨ। ਗੁਰਾ ਇੱਕ ਦੇ ਬੁਝਾਏ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। हे ਮੇਰੇ ਗੁਰਦੇਵ, ਮੇਰੇ ਤੇ ਕਿਰਪਾ ਕਰੀ। ਸਾਰਿਆਂ ਦਾ ਇੱਕ ਦਾਤਾ ਵਾਹਿਗੁਰੂ, ਤੇ ਉਹ ਮੈਨੂੰ ਭੁੱਲੇ ਨਾ। ਤੂੰ ਸਭਨਾ ਕਰਹਿ ਇੱਕ ਦਾਤ। ਸਾਰਿਆਂ ਨੂੰ ਤੂੰ ਦਾਤਾਂ ਦੇਈ ਜਾਣ। ਇਹ ਨਹੀਂ ਵੀ ਸਿੱਖ ਨੂੰ ਹਵਾ ਹੋਰ ਮਿਲਦੀ ਆ, ਆਕਸੀਜਨ, ਹਿੰਦੂ ਨੂੰ ਹੋਰ ਮਿਲਦੀ ਹੈ, ਮੁਸਲਮਾਨ ਨੂੰ ਹੋਰ ਮਿਲਦੀ ਹੈ। ਇਸ ਕਰਕੇ ਸਾਰਿਆਂ ਵਿੱਚ ਤੂੰ ਵਿਆਪਕ ਹੈ। ਸਾਰੇ ਤੇਰੇ ਤੋਂ ਬਿਨਾਂ ਕੋਈ ਵੀ ਨਹੀਂ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ। ਮੇਰੇ ਵਾਹਿਗੁਰੂ ਤੂੰ ਸ਼ਾਹੂਕਾਰ ਹੈ ਤੇ ਸਾਰੇ ਤੇਰੇ ਵਿੱਚ ਹੀ ਹਨ। ਤੁਝ ਤੇ ਬਾਹਰ ਕੋਈ ਨਾਹੀ। ਕੋਈ ਵੀ ਤੇਰੇ ਤੋਂ ਬਾਹਰ ਨਹੀਂ, ਕੋਈ ਤੇਰੀ ਹੁਕਮ ਅਦੂਲੀ ਨਹੀਂ ਕਰ ਸਕਦਾ। ਸਭ ਜੀ ਤੇਰੇ ਤੂੰ ਸਭ ਸੁਦਾ ਮੇਰੇ ਸਾਹਾ। ਜਿਹਦੇ ਵਿੱਚ ਵੀ ਚੇਤਨ ਕਲਾ ਇਹ ਤੇਰੀ ਦਿੱਤੀ ਹੋਈ ਹੈ। ਸਭ ਤੁਝ ਹੀ ਮਾਹੇ ਸਮਾਹੇ। ਤੇਰੇ ਵਿੱਚੋਂ ਹੀ ਪੈਦਾ ਹੋਏ ਤੇ ਤੇਰੇ ਚ ਨਾ ਲੀਨ ਹੋ ਜਾਣਾ ਹੈ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤਬ ਦੇ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਸਾਰੇ ਤੇਰੇ ਵਿੱਚੋਂ ਹੀ ਪੈਦਾ ਹੋਏ ਨੇ ਤੇ ਤੇਰੇ ਵਿੱਚ ਅਭੇਦ ਹੋ ਜਾਣਗੇ, ਲੀਨ ਹੋ ਜਾਣਗੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਾਰਿਆਂ ਨੂੰ ਪਿਆਰ ਦੇਣ ਵਾਲਾ ਤੇ ਸਾਰਿਆਂ ਨੂੰ ਤੇਰੇ ਤੇ ਆਸ ਹੈ। ਸ਼੍ਰੀ ਨਗਰ ਦੇ ਵਿੱਚ ਇੱਕ ਬੀਬੀ ਭਾਗ ਭਰੀ ਰਹਿੰਦੀ ਹੈ, ਭਾਗ ਭਰੇ। ਉਹਦੇ ਮਨ ਦੀ ਭਾਵਨਾ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਉਣਗੇ।
उस बीबी ने बहुत सोहना एक खदर का रेजा तैयार किया कि कदों गुरु हरगोबिंद सच्चे पातशाह महाराज आउण। माता जी की उम्र बड़ी वडेरी है और उस माता नूं गुरु घर की प्रचारक थापिया सी। उस इलाके च प्रचार करने की ड्यूटी सी माता भागभरी की। बुढ़ापा सारिਆਂ ते आउणा ते मौत भी आउणी है। उस माता का बेटा सी भाई सेवा दास। ਉਹਨੂੰ ਕਹਿੰਦੇ ਨੇ ਭਲਿਆ ਆਪਣੀ ਬੇਬੇ ਨੂੰ ਸਮਝਾ ਕੋਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਦੀ ਖਦਰ ਦਾ ਚੋਲਾ ਲੈਣ ਨਹੀਂ ਹੋਣਾ। ਉੱਥੇ ਤੋਪਾਂ ਭੇਟ ਹੁੰਦੀਆਂ, ਉੱਥੇ ਦਿਸ਼ਾਲੇ ਭੇਟ ਹੁੰਦੇ ਨੇ, ਉੱਥੇ ਕੀਮਤੀ ਘੋੜੇ ਭੇਟ ਹੁੰਦੇ ਨੇ ਤੇ ਭਲਾ ਇੰਨੀ ਦੂਰੋਂ ਚੱਲ ਕੇ ਤੇਰੀ ਬੇਬੇ ਦਾ ਚੋਲਾ ਲੈਣ ਆ ਜਾਏਗਾ। अंग्रेजी विच बड़ी एक प्यारी कहावत होप सस्टेन्ड लाइफ, जिहड़ी जिंदगी ये आस नाल चलदी। पंजाबी दी कहावत है जीवे आसा मरे निराशा, जिन्हों कहिंदे ऑप्टिमिस्टिक विचारधारा, आशावादी सोच। तुसी गुरु ग्रंथ सच्चे पातशाह की बाणी पढ़ो तो कोई शब्द भी तुहाडे मन नूं तोड़ेगा नहीं, हौसला देगा। कोई हुक्मनामा कर लो, कोई शब्द कर लो। ਉਹ ਜੇ ਧੰਨ ਗੁਰੂ ਪਾਤਸ਼ਾਹ ਨੇ ਸਾਨੂੰ ਧਰਵਾਸਾ ਦਿੱਤਾ ਵੀ ਗੁਰਮੁਖਾ ਦਿਲ ਨਾ ਛੱਡ, ਵਾਹਿਗੁਰੂ ਭਲੀ ਕਰੇਗਾ। ਉਸ ਮਾਤਾ ਦੀ ਅਰਦਾਸ ਪਹੁੰਚੀ ਤੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸ਼੍ਰੀਨਗਰ ਪਹੁੰਚੇ। ਮਾਤਾ ਦੀ ਉਮਰ ਵਡੇਰੀ, ਦਰਵਾਜ਼ਾ ਬੜਾ ਖੁੱਲ੍ਹਾ ਰੱਖਿਆ ਸੀ ਤੇ ਆਪਣੇ ਪੁੱਤ ਨੂੰ ਨਾਲ ਲੈ ਕਰਕੇ ਦਰਵਾਜ਼ੇ ਅੱਗੇ ਆਈ, ਡੰਗੋਰੀ ਫੜੀ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਕਾਹ ਫੜ ਕੇ ਕਹਿਣ ਲੱਗਾ ਜੀ ਮੇਰੀ ਮਾਂ ਕਹਿਣ ਲੱਗੀ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਰਾਤੋਂ ਰਾਤ ਉਸ ਮਾਤਾ ਨੇ ਚੋੜਾ ਤਲਵਾਰ ਤਿਆਰ ਕਰਵਾਇਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਪਹਿਨਿਆ ਤੇ ਕਹਿਣ ਲੱਗੇ ਮਾਤਾ ਦੱਸ ਇੰਨਾ ਪਿਆਰ ਕਰਦੀ ਸੀ ਕੀ ਗੱਲ ਹੈ। ਕਹਿਣ ਲੱਗੀ ਜੀ ਮੇਰੀ ਇੱਕੋ ਅਰਦਾਸ ਸੀ ਵੀ ਤੁਸੀਂ ਮੇਰੇ ਕੋਲ ਬੈਠੇ ਹੋ ਤੇ ਮੈਂ ਪ੍ਰਾਣ ਤਿਆਗਾਂ। ਮੇਰੀ ਇੱਕੋ ਖਾਸ ਸੀ ਵੀ ਤੁਸੀਂ ਮੇਰੇ ਸਾਹਮਣੇ ਹੋ ਤੇ ਮੈਂ ਪ੍ਰਾਣ ਤਿਆਗਾਂ। ਮੇਰੇ ਪਾਤਸ਼ਾਹ ਦੇ ਸਾਹਮਣੇ ਬੈਠੇ। ਉਸ ਮਾਤਾ ਨੇ ਪ੍ਰਾਣ ਤਿਆਗੇ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਮਾਤਾ ਦੀ ਅਰਥੀ ਨੂੰ ਮੋਢਾ ਦਿੱਤਾ। ਕਿੰਨੀ ਕਮਾਈ ਹੋਵੇਗੀ ਉਸ ਮਾਤਾ ਦੀ। ਕਹਿਣ ਤੋਂ ਭਾਵ ਇਹ ਹੈ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਹੈ ਵਾਹਿਗੁਰੂ ਹੈ ਮੇਰੇ ਗੁਰਦੇਵ, ਸਾਰਿਆਂ ਨੂੰ ਤੇਰੇ ਤੇ ਆਸ ਹੈ। ਸਭ ਤੁਝ ਹੈ ਧਿਆਵਹਿ ਮੇਰੇ ਸਾਹ, ਇਸ ਕਰਕੇ ਤੂੰ ਸ਼ਾਹੂਕਾਰ ਹੈ ਮੇਰੇ ਸ਼ਾਹੂਕਾਰ ਮਹਾਰਾਜ। ਸਾਰਿਆਂ ਦਾ ਧਿਆਨ ਤੇਰੇ ਵੱਲ ਕੇਂਦਰਿਤ ਹੈ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਇੱਕ ਮੇਰੀ ਹੋਰ ਬੇਨਤੀ ਹੈ ਵੀ ਮੇਰੇ ਤੇ ਇਹ ਕਿਰਪਾ ਕਰੀ ਵੀ ਮੈਂ ਮਨ ਮਰਜ਼ੀ ਨਾ ਕਰਾਂ। ਮੈਂ ਮਨ ਮਰਜ਼ੀ ਬੜੀ ਕਰਦਾ, ਜੋ ਮੈਨੂੰ ਚੰਗਾ ਲੱਗਦਾ ਕਰੀ ਜਾਂਦਾ ਤੇ ਮੈਂ ਕਰਦਾ ਗਲਤ ਹਾਂ। ਇਹ ਮੈਂ ਤੈਨੂੰ ਇੱਕ ਬੇਨਤੀ ਕਰਾਂਗਾ ਵੀ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਉਸੇ ਤਰ੍ਹਾਂ ਰੱਖੀ। ਮੇਰੇ ਮਨ ਦੀ ਨਾ ਹੋਵੇ, ਤੇਰੇ ਮਨ ਦੀ ਹੋਵੇ। ਜਿਉਂ ਭਾਵੇਂ ਤੇ ਰੱਖ ਤੂੰ ਮੇਰੇ ਪਿਆਰੇ। ਇਹ ਮੇਰੇ ਪਿਆਰੇ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਪ੍ਰਕਾਰ ਰੱਖਣਾ ਕਰ। ਸੱਚ ਨਾਨਕ ਕੇ ਪਾਤ ਸਾਹ, ਦਿਹਾੜਾ ਤੇਰੇ ਅੱਗੇ ਤਾਂ ਕੱਢਿਆ ਤੂੰ ਸਾਰਿਆਂ ਨੂੰ ਪੱਤ ਦੇਣਾ ਤੇ ਸ਼ਾਹੂਕਾਰ ਹੈ। ਗੁਰਮੁਖੋ ਅੱਜ ਕੱਲ ਜਿਹੜੇ ਇਹ ਹਫਤਾ ਚੱਲ ਰਿਹਾ ਨਾ ਇਹਨੂੰ ਆਪਾਂ ਕਹਿੰਦੇ ਘੱਲੂਘਾਰੇ ਦਾ ਹਫਤਾ। ਗੁਰਮੁਖੋ 3 ਘੱਲੂਘਾਰੇ ਆਪਣੇ ਨਾਲ ਵਾਪਰੇ ਨੇ। ਦਰਬਾਰ ਸਾਹਿਬ ਦੇ ਅਟੈਕ ਤੋਂ ਪਹਿਲਾਂ ਇੱਕ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਕੋਪਰੀੜੇ ਦੇ ਥਾਨ ਤੇ। ਉੱਥੇ ਲਿਖਿਆ ਵੀ ਸਾਡੀ ਕੌਮ ਦੇ ਕਿਤੇ 50,000 ਲਿਖਿਆ ਤੇ ਕਿਤੇ 30,000 ਸਾਡੇ ਬਜ਼ੁਰਗ ਬੱਚੇ ਤੇ ਮਾਤਾਵਾਂ ਸ਼ਹੀਦ ਹੋ ਗਏ ਬਾੜ ਦੇ ਵਿੱਚ। ਦੂਸਰਾ ਘੱਲੂਘਾਰਾ ਹੋਇਆ ਜ਼ਿਲ੍ਹੇ ਗੁਰਦਾਸਪੁਰ ਵਿੱਚ ਜਿੱਥੇ ਅਸੀਂ ਛੋਟਾ ਘੱਲੂਘਾਰਾ ਕਹਿੰਦੇ ਆ। ਉਹ ਜਸਪਤ ਦੇ ਭਰਾ ਲਖਪਤ ਨੇ ਹਮਲਾ ਕੀਤਾ ਔਰ ਘੱਟ ਤੋਂ ਘੱਟ 10,000 ਸਾਡੇ ਮਾਈ ਭਾਈ ਬਜ਼ੁਰਗ ਸ਼ਹੀਦ ਹੋ ਗਏ।
ਇਹ ਤੀਸਰਾ ਜਿਹੜਾ ਭਿਆਨਕ ਘੱਲੂਕਾਰਾ ਹੈ ਨਾ, ਇਹਦਾ ਦੁੱਖ ਸਾਨੂੰ ਜ਼ਿਆਦਾ ਤਾਂ ਹੈ, ਉਹ ਗੈਰਾਂ ਨੇ ਹਮਲਾ ਕੀਤਾ ਸੀ ਤੇ ਸਾਡੇ ਆਪਣਿਆਂ ਨੇ ਕੀਤਾ। ਜਿਹੜੇ ਸਾਡੀ ਖੋਂਦੇ ਸਨ, ਵੱਖਰੀ ਗੱਲ ਵੀ ਉਹ ਸਾਨੂੰ ਆਪਣੇ ਨਹੀਂ ਸਮਝਦੇ, ਇਹ ਤਾਂ ਉਹਨਾਂ ਦੀ ਸੋਚ ਹੈ ਨਾ। ਅਸੀਂ ਉਹਨਾਂ ਨੂੰ ਆਪਣੇ ਸਮਝਦੇ ਸਾਂ ਤੇ ਉਹਨਾਂ ਸਾਡੇ ਨਾਲ ਅਕਿਰਤ ਘਣਤਾ ਕੀਤੀ, ਮਿੱਤਰ ਮਾਰ ਕੀਤੀ। ਇਹਦਾ ਦਰਦ ਸਾਨੂੰ ਇਸ ਕਰਕੇ ਜ਼ਿਆਦਾ ਹੈ। ਹਮਲਾ ਹੋਇਆ ਕਿਉਂ, ਕੀ ਕਾਰਨ ਹੈ? ਹਰ ਗੱਲ ਦੇ ਤਿੰਨ ਪੱਖ ਹੁੰਦੇ ਨੇ, ਇੱਕ ਕਾਰਨ, ਦੂਜਾ ਘਟਨਾ ਤੇ ਤੀਜਾ ਸਿੱਟਾ। ਭਾਈ ਸਾਹਿਬ ਕਾਰਨ ਕੀ ਹੈ ਵੀ ਦਰਬਾਰ ਸਾਹਿਬ ਤੇ ਹਮਲੇ ਹੁੰਦੇ ਕਿਉਂ ਨੇ? ਜਿਹੜਾ ਇੰਦਰਾ ਨੇ ਹਮਲਾ ਕੀਤਾ ਨਾ, ਇਹ ਪੰਜਵਾਂ ਹਮਲਾ, ਪੰਜ ਵਾਰ ਹਮਲਾ ਹੋਇਆ। ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਹਮਲੇ ਹੋਣ ਦਾ ਕਾਰਨ ਇਹ ਹੈ, ਤੁਸੀਂ ਇਤਿਹਾਸ ਨੂੰ ਕਿਤੇ ਵਾਚੋ ਦੁਨੀਆ ਦਾ, ਚੋਰ ਤੇ ਦੀਵਾ ਇਕੱਠੇ ਨਹੀਂ ਰਹਿ ਸਕਦੇ। ਜਿਹੜਾ ਚੋਰ ਹੈ ਨਾ, ਉਹ ਹਨੇਰਾ ਭਾਲਦਾ ਹੈ, ਦੀਵਾ ਜਗੇਗਾ ਤੇ ਚੋਰ ਕਾਬੂ ਆ ਜਾਏ। ਇਸ ਕਰਕੇ ਉਹਦਾ ਇਰਾਦਾ ਹੁੰਦਾ ਵੀ ਕਿਸੇ ਢੰਗ ਨਾਲ ਪੱਲੇ ਦੇ ਨਾਲ ਫੂਕ ਮਾਰ ਕੇ ਦੀਵਾ ਬੁਝਾਇਆ ਜਾਏ। ਇਹ ਇਕੱਲੇ ਇੱਥੋਂ ਦੀ ਗੱਲ ਨਹੀਂ, ਆਪਾਂ ਸੂਈ ਨੇ ਤੇਜ਼ ਹੋ ਜਾਣਾ ਹੈ। ਬਾਬਾ ਕਬੀਰ ਦੇ ਕੋਲ ਕਿਹੜੀਆਂ ਤੋਪਾਂ ਤੇ ਕਿਹੜੇ ਟੈਂਕ ਸਨ? ਬਾਬੇ ਕਬੀਰ ਨੂੰ ਗੋਤੇ ਦਿੱਤੇ ਗਏ ਗੰਗਾ ਦੇ ਵਿੱਚ। ਬਾਬੇ ਨਾਮਦੇਵ ਨੂੰ ਮਾਰਨ ਦਾ ਯਤਨ ਕੀਤਾ, ਕਹਿਣ ਲੱਗੇ ਗਾਂ ਮਰੀ ਨੂੰ ਜਵਾ, ਵਰਨਾ ਤੈਨੂੰ ਖਤਮ ਕੀਤਾ ਜਾਏਗਾ। ਜਿਹੜਾ ਜੂਨ ਦਾ ਮਹੀਨਾ ਹੈ ਨਾ, ਪੱਖ ਕਈ ਨੇ ਤੇ ਮੈਂ ਬੇਨਤੀ ਕਰ ਰਿਹਾ ਵੀ ਮੈਥੋਂ ਸਾਰੀ ਗੱਲ ਕਹੀ ਨਹੀਂ ਜਾਣੀ। ਇਹ ਜੂਨ ਦਾ ਮਹੀਨਾ ਐਡਾ ਚੰਦਰਾ ਸਾਡੇ ਲਈ। ਇਹ ਜੂਨ ਦੇ ਮਹੀਨੇ ਵਿੱਚ ਦੀਨ ਦੁਨੀਆ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਇਸ ਜੂਨ ਦੇ ਮਹੀਨੇ 'ਚ 9 ਜੂਨ 1716 ਨੂੰ ਸਾਡੀ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੀਆਂ ਵੋਟੀਆਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਉਣ ਦਾ ਯਤਨ ਕੀਤਾ ਗਿਆ ਔਰ ਜਮੂਰਾਂ ਨਾਲ ਮਾਸ ਨੋਚ ਕੇ 9 ਜੂਨ ਨੂੰ ਸਾਡੀ ਕੌਮ ਦੇ ਉਸ ਮਹਾਨ ਬਹਾਦਰ ਜਰਨੈਲ ਨੂੰ ਸ਼ਹੀਦ ਕੀਤਾ ਗਿਆ। ਇਹ ਜੂਨ ਸਾਡੇ ਲਈ ਹੈ ਹੀ ਚੰਦਰੀ, ਜਿਹਨੂੰ ਆਮ ਪੇਂਡੂ ਬੋਲੀ 'ਚ ਕਹਿੰਦੇ ਨੇ ਕਲਹਿਣੀ। ਇਹ ਆਪਣੀ ਆਮ ਫਲਾਣਾ ਬੜਾ ਕਲਹਿਣਾ ਹੈ, ਇਹ ਜੂਨ ਹੈ ਹੀ ਕਲਹਿਣੀ। ਜਦੋਂ ਸੱਚ ਦਾ ਜੀਵਾ ਜਗਦਾ ਹੈ ਨਾ, ਤੇ ਚੋਰ ਨੂੰ ਫਿੱਟ ਨਹੀਂ ਹੁੰਦਾ, ਉਹ ਬੁਝਾਉਣ ਦਾ ਯਤਨ ਕਰਦਾ ਹੈ। ਜਦੋਂ ਆਪਾਂ ਇਸ 84 ਦੇ ਅਟੈਕ ਦੀ ਗੱਲ ਕਰਦੇ ਆ ਨਾ, ਤੇ ਗੁਰਮੁਖੋ ਇਹ ਅਟੈਕ ਇੱਕਦਮ ਨਹੀਂ ਹੋਇਆ। ਇਹ ਗੱਲ ਯਾਦ ਰੱਖਣੀ, ਅੰਗਰੇਜ਼ੀ ਦੀ ਕਹਾਵਤ ਵੀਕਰ ਨੇਸ਼ਨਸ ਮਸਟ ਗੋ ਟੂ ਹੈਲ। ਜਿਹੜੀਆਂ ਕਮਜ਼ੋਰ ਕੌਮਾਂ ਨੇ ਉਹ ਨਰਕਾਂ ਨੂੰ ਜਾਂਦੀਆਂ ਨੇ। ਕਦੇ ਮੜੀਆਂ 'ਚ ਲੜਾਈ ਵੇਖੀ ਜੇ? ਮੈਨੂੰ ਕਈ ਬੰਦੇ ਜਾਣ ਕੇ ਟਾਂਜ ਕਰਨ ਗਿਆਨੀ ਸੀ, ਤੁਹਾਡਾ ਭਾਈਚਾਰਾ ਲੜਦਾ ਬੜਾ। ਮੈਂ ਕਿਹਾ ਜਿਉਂਦੇ ਜੂ ਹੋਏ ਤੁਹਾਡੇ, ਤੁਸੀਂ ਆਸ ਵਿੱਚ ਲੜ ਪੈਂਦੇ ਸਿੰਘ। ਮੈਂ ਕਿਹਾ ਵੀ ਅਸੀਂ ਲੜਦੇ ਤਾਂ ਜਿਉਂਦੇ ਹਾਂ। ਕਦੇ ਮੜੀਆਂ 'ਚ ਲੜਾਈ ਵੇਖੀ ਹੋ? ਕਦੇ ਕਬਰਾਂ 'ਚ ਲੜਦਿਆਂ ਵੇਖਿਆ ਕਿਸੇ ਨੂੰ? ਜਿੱਥੇ ਜਿਉਂਦਾ ਉਹ ਹਿੱਲੇਗਾ ਵੀ, ਇਹ ਗੱਲ ਸੁਭਾਵਿਕ ਹੈ। ਗੁਰਮੁਖੋ ਜਦੋਂ ਐਮਰਜੈਂਸੀ ਲਾਈ ਨਾ ਇੰਦਰਾ ਨੇ, ਕਈ ਉਹਨੂੰ ਦੁਰਗਾ ਵੀ ਕਹਿਣ ਲੱਗ ਪਏ। ਹਰ ਥਾਂ ਤੇ ਬਿਲਕੁਲ ਪਿੰਨ ਰੌਬ ਸਾਇਲੈਂਸ, ਕੋਈ ਚੂੰ ਨਹੀਂ ਕਰਦਾ। ਇਹ ਸੱਚ ਦੀ ਜਗ੍ਹਾ ਤੋਂ ਐਮਰਜੈਂਸੀ ਦੇ ਉਲਟ ਮੋਰਚਾ ਲੱਗਾ। ਮੋਰਚਾ, ਜਿਹੜੀ ਐਮਰਜੈਂਸੀ ਦੇ ਉਲਟ ਮੋਰਚਾ ਲੱਗਾ, ਉਹਨਾਂ ਨੇ ਸਾਨੂੰ ਛੇੜਿਆ ਵੀ ਨਹੀਂ ਵੀ ਇਹਨਾਂ ਨੇ ਸਿਰ ਨੀਵਾਂ ਨਹੀਂ ਕਰਨਾ। ਬਾਕੀ ਦੇ ਲੀਡਰਾਂ ਨੂੰ ਪਰੇਸ਼ਾਨ ਕੀਤਾ ਤੇ ਸਾਡੇ ਲੀਡਰਾਂ ਨੂੰ ਤਾਂ ਛੱਡਿਆ ਵੀ ਬਣਾ ਕੇ ਰੱਖੀਏ। ਪਰ ਸਾਡੇ ਬਜ਼ੁਰਗਾਂ ਨੇ ਸੋਚਿਆ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕਿਛ ਖਾਏ। ਜੇ ਪਤ ਹੀ ਲੈ ਗਈ ਤੇ ਜਿਉਣ ਦਾ ਕੀ ਫਾਇਦਾ? ਯਾਦ ਰੱਖਿਆ ਜੇ, ਜਿਹੜੇ ਹੰਸ ਹੁੰਦੇ ਨੇ ਨਾ,
ਉਹਨਾਂ ਦੀ ਉਮਰ ਥੋੜੀ ਹੁੰਦੀ ਤੇ ਕਾਂਵਾਂ ਦੀ ਜ਼ਿਆਦਾ ਹੁੰਦੀ, ਪਰ ਹੰਸ ਮੋਤੀ ਖਾਂਦੇ ਨੇ, ਕਾਂ ਗੰਦ ਫਰੋੜਦੇ ਹਨ। ਜਿਹੜੇ ਹੰਸ ਨੇ ਨਾ, ਇਹਨਾਂ ਦੀ ਉਮਰ ਥੋੜੀ, ਕਾਂਵਾਂ ਦੀ ਜ਼ਿਆਦੇ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਬੱਪੜਾ ਡੱਡਾਂ ਭਾਲਣ ਜਾਈ। ਉਹਦੀ ਖੁਰਾਕ ਡੱਡੀਆਂ ਤੇ ਮੱਛੀਆਂ, ਹੰਸਾਂ ਦੀ ਖੁਰਾਕ ਮੋਤੀ ਤੇ ਹੀਰੇ। ਜਦੋਂ ਇਹ ਐਮਰਜੈਂਸੀ ਦਾ ਮੋਰਚਾ ਲੱਗਾ ਨਾ, ਉਸ ਦਿਨ ਤੋਂ ਉਹ ਚੰਦਰੀ ਨੂੰ ਇਹ ਸਾਡੀ ਕੌਮ ਰੜਕਣ ਲੱਗ ਪਈ। ਉਹ ਉਪਰਾਲਾ ਕਰਦੀ ਵੀ ਕਿਸੇ ਢੰਗ ਦੇ ਨਾਲ ਇਹਨੂੰ ਇੰਨਾ ਮਾਰਿਆ ਜਾਏ ਵੀ ਮੁੜ ਕੇ ਇਹ ਕੁਸਕਣ ਨਾ, ਹਿੱਲਣ ਨਾ। ਬੜੀਆਂ ਸਕੀਮਾਂ ਉਹਨੇ ਬਣਾਈਆਂ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇੱਥੇ ਅੰਮ੍ਰਿਤਸਰ ਸਾਹਿਬ ਰੈਸਟ ਹਾਊਸ ਦੇ ਵਿੱਚ ਪੰਜਾਬ ਦਾ ਗਵਰਨਰ ਆਇਆ ਸੀ। ਉਹਦੇ ਕੋਲ ਆਪਣੀ ਗੱਲ ਕਹਿਣ ਗਏ ਤੇ ਭਾਈ ਅਮਰੀਕ ਸਿੰਘ ਨੂੰ ਉੱਥੇ ਅਰੈਸਟ ਕੀਤਾ ਗਿਆ। ਕਿਹੋ ਜਿਹਾ ਆਜ਼ਾਦ ਦੇਸ਼ ਹੈ, ਸਿੱਖ ਨੂੰ ਗੱਲ ਕਰਨ ਦੀ ਆਗਿਆ ਨਹੀਂ। ਭਾਈ ਅਮਰੀਕ ਸਿੰਘ ਨੇ ਕੋਈ ਬੰਬ ਨਹੀਂ ਚਲਾਇਆ, ਕੋਈ ਗੋਲੀ ਨਹੀਂ ਚਲਾਈ, ਕੇਵਲ ਤੇ ਕੇਵਲ ਗਵਰਨਰ ਨੂੰ ਆਪਣਾ ਪੱਖ ਦੱਸਿਆ ਤੇ ਕਹਿੰਦੇ ਇਹਨੂੰ ਫੜ ਲਓ, ਅਰੈਸਟ ਕਰ ਲਓ। ਜਦੋਂ ਇਸ ਗੱਲ ਦੀ ਖਬਰ ਸੰਤ ਬਾਬਾ ਜਰਨੈਲ ਸਿੰਘ ਨੂੰ ਮਿਲੀ, ਉਹਨਾਂ ਨੇ ਇੱਕਦਮ ਮਹਿਤੇ ਤੋਂ ਆਣ ਕਰਕੇ ਇੱਥੋਂ ਮੋਰਚਾ ਆਰੰਭ ਕਰ ਦਿੱਤਾ। 25 ਸਿੰਘ ਇੱਥੋਂ ਵਿਚਾਰ ਕੀਤੀ ਵੀ 25 ਜਾਂ 50 ਜਥੇ ਤੋਰੇ ਜਾਣ, ਔਰ ਇੱਕਦਮ ਤੁਰੰਤ ਸਾਡੀ ਕੌਮ ਦੀਆਂ ਬੀਬੀਆਂ ਵੀਰਾਂ ਨੇ ਸਾਥ ਦਿੱਤਾ ਤੇ ਮੋਰਚਾ ਆਰੰਭ ਹੋ ਗਿਆ। ਇੱਥੇ ਬਸ ਨਹੀਂ, ਹੋਰ ਵੀ ਮੋਰਚੇ ਲੱਗੇ। ਜਗਦੇਵ ਸਿੰਘ ਤਲਵੰਡੀ ਨੇ ਦਿੱਲੀ ਲਾਇਆ, ਕਪੂਰੀ ਮੋਰਚਾ ਲੱਗਾ। ਇਹ ਇੱਕ ਚੰਗਾ ਪੱਖ ਸੀ ਕਿ ਆਖਰਕਾਰ ਰਾਏ ਕਰਕੇ ਇੱਥੇ ਸਾਰਿਆਂ ਨੇ ਇੱਕ ਥਾਂ ਤੇ ਇਹ ਮੋਰਚਾ ਜਿਹੜਾ ਸੀ ਉਹ ਲਾ ਲਿਆ। ਮੰਜੀ ਸਾਹਿਬ ਤੋਂ ਗੁਰੂ ਕੇ ਲਾਲ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਬੱਚੇ ਬਿਨਾਂ ਕਿਸੇ ਗੱਲ ਦੀ ਪਰਵਾਹ ਕਰਦਿਆਂ ਗ੍ਰਿਫਤਾਰੀਆਂ ਦੇਣ ਲੱਗ ਪਏ। ਇੱਕ ਗੱਲ ਮੈਂ ਕਿਤੇ ਪਹਿਣੀ ਭੁੱਲ ਨਾ ਜਾਵਾਂ, ਆਮ ਲੋਕਾਂ ਦੇ ਕੋਲੋਂ ਸੁਣੀਦਾ ਹੈ, ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਨਹੀਂ। ਗਿਆਨੀ ਜੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਇੱਥੇ ਦਰਬਾਰ ਸਾਹਿਬ ਨਹੀਂ ਸੀ ਆਉਣਾ ਚਾਹੀਦਾ। ਤੇ ਮੈਂ ਉਹਨਾਂ ਅਕਲ ਦੇ ਅੰਨ੍ਹਿਆਂ ਨੂੰ ਪੁੱਛਦਾ ਹਾਂ ਵੀ ਗੁਰੂ ਕਾ ਸੇ ਗੁਰੂ ਕੇ ਦਰਬਾਰ ਨੂੰ ਛੱਡ ਕੇ ਕਬਰਾਂ ਵਿੱਚ ਜਾਏਗਾ? ਸਿੱਖ ਦੀ ਜਗ੍ਹਾ ਹੈ ਗੁਰਦੁਆਰਾ ਹੈ। ਆਖੇ ਜੀ ਉਹਨਾਂ ਨੂੰ ਅਕਾਲ ਤਖਤ ਤੇ ਨਹੀਂ ਸੀ ਆਉਣਾ ਚਾਹੀਦਾ, ਤਾਂ ਹਮਲਾ ਹੋਇਆ। ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ, ਗੁਰਮੁਖੋ, ਜਦੋਂ ਅਕਾਲ ਤਖਤ ਤੇ ਹਮਲਾ ਹੋਇਆ, ਸਾਡੇ 37 ਗੁਰਦੁਆਰਿਆਂ ਤੇ ਵੀ ਇਹਨਾਂ ਹਮਲਾ ਕੀਤਾ ਸੀ। ਸੰਤ ਬਾਬਾ ਜਰਨੈਲ ਸਿੰਘ ਦਾ ਅਕਾਲ ਤਖਤ ਤੇ ਨੇ। ਤਰਨਤਾਰਨ ਕੌਣ ਸੀ? ਦੁੱਖ ਨਿਵਾਰਨ ਕੌਣ ਸੀ? ਮੁਕਤਸਰ ਸਾਹਿਬ ਕੌਣ ਸੀ? ਸਿੰਘ ਸਾਹਿਬ ਮੇਰੇ ਛੋਟੇ ਭਰਾਤਾ ਭਾਈ ਰਾਮ ਸਿੰਘ, ਜਿਹੜੇ ਸਿੰਘ ਸਾਹਿਬੀ ਦਰਬਾਰ ਸਾਹਿਬ ਦੇ ਰਹੇ, ਉਹਨਾਂ ਨੂੰ ਮੁਕਤਸਰ ਸਾਹਿਬ ਤੋਂ ਸਰਕਾਰ ਨੇ ਅਰੈਸਟ ਕੀਤਾ। ਮੁਕਤਸਰ ਸਾਹਿਬ ਤੋਂ ਇਹ ਕਹਿੰਦੇ ਵੀ ਇੱਥੇ ਅੱਤਵਾਦੀ ਰਹਿੰਦੇ ਸਨ। ਬਾਬਾ ਜਰਨੈਲ ਸਿੰਘ ਦੇ ਇੱਥੇ ਆਉਣ ਦਾ ਕਾਰਨ ਟਕਸਾਲ ਹਮੇਸ਼ਾ ਹੀ ਇਸ ਅਕਾਲ ਤਖਤ ਨੂੰ ਸਮਰਪਿਤ ਹੈ। ਇਸ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ 4 ਸਰੂਪ ਗੁਰਮੁਖੀ ਦੇ ਵਿੱਚ ਇੱਕ ਅਰਬੀ 'ਚ ਲਿਖਿਆ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਨਾ, ਉਹ ਸਾਡਾ ਬਜ਼ੁਰਗ ਬਾਬਾ, ਜਿਹਦੀ ਉਮਰ 75 ਸਾਲ ਹੈ, 75 ਸਾਲ, ਬਾਬਾ ਦੀਪ ਸਿੰਘ ਦੀ ਉਮਰ 75 ਸਾਲ ਜੇ। 1682 ਵਿੱਚ ਉਹਨਾਂ ਦਾ ਜਨਮ ਹੋਇਆ ਪਹੂਬਨ ਨਗਰ ਵਿੱਚ, ਤੇ 1757 ਦੇ ਵਿੱਚ ਪਤਾ ਲੱਗਾ ਵੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਦੁਸ਼ਟ ਆਏ ਨੇ, ਤੇ ਸਾਡਾ ਬਜ਼ੁਰਗ ਬਾਬਾ ਦਮਦਮਾ ਸਾਹਿਬ ਤੋਂ ਇੱਥੇ ਤੁਰ ਕੇ ਆਇਆ।
ਚੱਬੇ ਆਣ ਕੇ ਉਹਨੇ ਆਖਿਆ ਵੀ ਗੁਰਮੁਖੋ ਇਹ ਖੇਡ ਨਹੀਂ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਇੱਕ ਗੇਮ ਹੈ। ਆਪਾਂ ਗੇਮਾਂ ਦੀ ਗੱਲ ਕਰਦੇ, ਕਈ ਗੁਰਮੁਖ ਪਿਆਰੇ ਅੱਜ ਕੱਲ੍ਹ ਤਾਂ ਕ੍ਰਿਕਟ ਦਾ ਬੜਾ ਲੋਕਾਂ ਨੂੰ ਚਸਕਾ ਹੈ, ਜਦੋਂ ਵੀ ਕਿਤੇ ਮੈਚ ਹੋਵੇ ਤੇ ਐਨ ਕਮਲੇ ਹੋ ਜਾਂਦੇ ਨੇ। ਕ੍ਰਿਕਟ ਦੀ ਗੇਮ, ਕਬੱਡੀ ਦੀ ਗੇਮ, ਫੁੱਟਬਾਲ ਦੀ ਖੇਡ, ਲੇਕਿਨ ਗੁਰੂ ਨਾਨਕ ਦੇ ਘਰ ਵਿੱਚ ਕਿਹੋ ਜਿਹੀ ਖੇਡ ਹੈ? ਇਹ ਕਹਿੰਦਾ ਜੇ ਮੇਰੀ ਗਰਾਊਂਡ ਵਿੱਚ ਆਉਣਾ ਤੇ ਸਿਰ ਤਲੀ ਤੇ ਧਰ ਕੇ ਆ। ਗੁਰੂ ਨਾਨਕ ਦੇ ਘਰ ਵੀ ਇੱਕ ਗੇਮ ਜੇ, ਕਿਹੜੀ? ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾੜ ਨਾ ਕੀਜੈ। ਤਲੀ ਤੇ ਸਿਰ ਰੱਖ ਕੇ ਆ। ਤੇ ਇੱਕ ਤੈਨੂੰ ਮੈਂ ਨਾਲ ਹੋਰ ਕਹਿ ਦਿਆਂ, ਮੁੜ ਕੇ ਸਾਨ ਨਾ ਕਰੀ ਵੀ ਮੈਂ ਤੇਰੇ ਤੋਂ ਸਿਰ ਵਾਰਿਆ। ਇਹ ਪਹਿਲੇ ਆਪਣੇ ਮਨ ਵਿੱਚ ਗੱਲ ਬੰਨ ਲਾ। ਚੱਬੇ ਆਣ ਕੇ ਬਾਬੇ ਦੀਪ ਸਿੰਘ ਨੇ ਲਕੀਰ ਖਿੱਚੀ ਵੀ ਗੁਰਮੁਖੋ ਜਿਨ੍ਹਾਂ ਨੂੰ ਜਾਨ ਪਿਆਰਿਓ ਆਪੋ ਆਪਣੇ ਘਰਾਂ ਨੂੰ ਚਲੇ ਜਾਣ, ਪਰ ਇੱਕ ਵੀ ਭਗੌੜਾ ਨਹੀਂ ਜੀ ਹੋਇਆ, ਇੱਕ ਵੀ। ਬਾਬਾ ਬੰਦਾ ਸਿੰਘ ਬਹਾਦਰ ਦਾ ਕਿਤੇ ਇਤਿਹਾਸ ਪੜ੍ਹੋ, ਮੈਂ ਜਿਵੇਂ ਹੁਣ ਜ਼ਿਕਰ ਕੀਤਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਫੜੇ ਗਏ ਔਰ ਉਹਨਾਂ ਚੋਂ ਇੱਕ ਨੇ ਵੀ ਮੁਆਫੀ ਨਹੀਂ ਮੰਗੀ। ਮਜੀਠੇ ਨਗਰ ਦਾ ਇੱਕ ਗੱਭਰੂ, ਉਹਦਾ ਵਿਆਹ ਹੋਇਆ, ਡੋਲੀ ਲੈ ਕੇ ਘਰ ਆਇਆ ਤੇ ਦੁਸ਼ਟਾਂ ਟੌਟਾਂ ਦੀ ਮਿਹਰਬਾਨੀ ਕਰਕੇ ਉਹ ਫੜਿਆ ਗਿਆ। ਹੈ ਸੀ ਅਮਰਧਾਰੀ ਸਿੰਘ। ਹੁਣ ਜਿਹੜੀ ਮਾਂ ਆਪਣੇ ਪੁੱਤ ਨੂੰ ਵਿਆਹ ਕੇ ਲਿਆਈ ਹੋਵੇ ਤੇ ਪੁੱਤ ਅੰਦਰ ਵੜਨ ਲੱਗੇ ਤੇ ਉਹਨੂੰ ਫੜ ਲੈਣ, ਤੇ ਮਾਂ ਹੀ ਜਾਣਦੀ ਹੈ ਨਾ। ਉਸ ਮਾਂ ਨੇ ਚਾਰਾ ਕੀਤਾ ਵੀ ਮੈਂ ਪੁੱਤ ਨੂੰ ਛੁਡਾਵਾਂ ਨਾ, ਜਾ ਕੇ ਸਰਕਾਰੀ ਦਰਬਾਰੇ ਜੋ ਵਿਚਾਰੀ ਕਰ ਸਕਦੀ ਉਹਨੇ ਕੀਤਾ ਵੀ ਮੇਰਾ। ਉਹ ਕਹਿਣ ਲੱਗੇ ਤੂੰ ਮਾਤਾ ਇੰਨੀ ਗੱਲ ਹੈ, ਤੈਨੂੰ ਬੇਨਤੀ ਹੈ ਵੀ ਇੱਕ ਵਾਰ ਕਹਿ ਦੇ ਵੀ ਮੈਂ ਸਿੱਖ ਨਹੀਂ ਤੇ ਉਹਨੂੰ ਛੱਡ ਦਿਆਂਗੇ। ਕੁਦਰਤੀ ਤੌਰ ਤੇ ਜਿੱਦਣ ਮਾਤਾ ਗਈ ਨਾ, ਉਸ ਦਿਨ ਉਹਨੂੰ ਸ਼ਹੀਦ ਕਰਨਾ ਸੀ। 100 ਰੋਜ਼ ਸ਼ਹੀਦ ਕਰਦੇ ਸਨ ਤੇ ਮਾਤਾ ਵੀ ਪਹੁੰਚ ਗਈ। ਉਹ ਗੱਭਰੂ ਪੁੱਤ ਵੀ ਖਲੋਤਾ ਤੇ ਕਹਿਣ ਲੱਗੇ ਕਾਕਾ ਇਹ ਤੇਰੀ ਬੇਬੇ ਕਹਿੰਦੀ ਹੈ ਵੀ ਤੂੰ ਸਿੱਖ ਨਹੀਂ ਤੇ ਕਿਵੇਂ? ਕਹਿਣ ਲੱਗਾ ਇਹ ਮੇਰੀ ਮਾਂ ਹੀ ਨਹੀਂ। ਇਹ ਲਿਖਿਆ ਜੀ ਇਤਿਹਾਸ ਵਿੱਚ। ਉਹ ਕਹਿਣ ਲੱਗਾ ਭੁਲੇਖੇ ਨਾਲ ਕਹਿੰਦੀ ਇਹਦਾ ਪੁੱਤ ਮੇਰੇ ਵਰਗਾ ਕੋ ਹੋਰ ਹੋਵੇਗਾ, ਪਰ ਮੈਂ ਇਸ ਮਾਂ ਦਾ ਪੁੱਤ ਨਹੀਂ, ਮੈਂ ਗੁਰੂ ਕਾ ਸਿੱਖ ਹੈ ਤੇ ਗੁਰਮੁਖੋਂ ਨੂੰ ਸ਼ਹੀਦ ਕੀਤਾ ਗਿਆ। ਉਹ ਗੁਰਮੁਖ ਪਿਆਰਾ ਮਜੀਠੇ ਨਗਰ ਦਾ ਗੱਭਰੂ ਸੀ। ਇਹ ਗੱਲ ਸੁਭਾਵਿਕ ਆ ਗਈ। ਬਾਬਾ ਦੀਪ ਸਿੰਘ ਜੀ ਆਏ, ਜੰਗ ਹੋਇਆ ਤੇ ਬਾਬਾ ਜੀ ਇੱਥੇ ਹਰਿਮੰਦਰ ਸਾਹਿਬ ਆਏ। ਹੁਣ ਉਹ ਚਿੰਨ੍ਹ ਨਹੀਂ ਰਿਹਾ ਜਿੱਥੇ ਆਪਾਂ ਬਾਬੇ ਦੇ ਸਥਾਨ ਦੇ ਕੋਲੋਂ ਲੰਘਦੇ ਹਾਂ। ਇਸ ਥਾਂ ਤੇ ਉਸ ਬਾਬੇ ਨੇ ਸਿਰ ਰੱਖ ਕੇ ਆਖਿਆ ਸੀ, ਗੁਰੂ ਰਾਮਦਾਸ ਪਾਤਸ਼ਾਹ ਆਪਾਂ ਤਾਂ 50 ਦਾ ਨੋਟ ਵਿਖਾ ਮੱਥਾ ਟੇਕਦੇ ਆ ਨਾ, ਕਿਤੇ ਮੱਥਾ ਟੇਕਣ ਦੀ ਇਜਾਜ਼ਤ ਬਾਬਾ ਦੀਪ ਸਿੰਘ ਕੋਲੋਂ ਸਿੱਖੋ। ਸਿਰ ਰੱਖ ਕੇ ਵੀ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਤਾਂ ਅਸੀਂ ਕਹਿੰਦੇ ਸ਼੍ਰੋਮਣੀ ਸ਼ਹੀਦ ਬਾਬਾ ਦੀਪ ਸਿੰਘ ਨੂੰ। ਬਾਬਾ ਦੀਪ ਸਿੰਘ ਤੋਂ ਬਾਅਦ ਦੂਜਾ ਜਥੇਦਾਰ ਹੋਇਆ ਦਮਦਮੀ ਟਕਸਾਲ ਦਾ ਬਾਬਾ ਗੁਰਬਖਸ਼ ਸਿੰਘ। ਲੀਲ ਪਿੰਡ ਉਹਨਾਂ ਦਾ ਹੈ, ਖੇਮਕਰਨ ਬਾਰਡਰ ਹੈ ਨਾ, ਉਹਦੇ ਤੋਂ ਕੇਵਲ 4-5 ਮੀਲ ਪਰਲੇ ਪਾਸਿਓਂ ਪਾਕਿਸਤਾਨ ਵਿੱਚ ਆ ਗਿਆ। ਉੱਥੇ ਬਾਬਾ ਗੁਰਬਖਸ਼ ਸਿੰਘ ਦਾ ਜਨਮ ਹੋਇਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਜਿਹੜੇ ਕਹਿੰਦੇ ਨੇ ਸੰਤ ਜਰਨੈਲ ਸਿੰਘ ਕਿਉਂ ਆਇਆ, ਉਹ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸੁਣ। ਉਹ ਦਮਦਮੀ ਟਕਸਾਲ ਦਾ ਦੂਜਾ ਜਥੇਦਾਰ, ਇਤਿਹਾਸ ਵਿੱਚ ਲਿਖਿਆ, ਉਹਨੇ ਸਿਹਰੇ ਬੰਨ੍ਹ ਕੇ ਸ਼ਹੀਦੀ ਦਿੱਤੀ ਵੀ ਮੈਂ ਮੌਤ ਰਾਣੀ ਨੂੰ ਪਰਨਾਉਣਾ। ਤੇ ਉਹਦੀ ਗਵਾਹੀ ਹੈ ਬਾਬਾ ਗੁਰਬਖਸ਼ ਸਿੰਘ ਦਾ ਅਸਥਾਨ ਅਕਾਲ ਤਖਤ ਸਾਹਿਬ ਦੇ ਨਾਲ। ਤੇ ਨਾਲੇ ਇਹ ਵੀ ਕਹਿੰਦੇ ਨੇ ਵੀ ਸੰਤ ਜਰਨੈਲ ਸਿੰਘ ਦੀ ਯਾਦਗਾਰ ਕਿਉਂ ਬਣੀ? ਜੇ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਦੀ ਯਾਦਗਾਰ ਬਣੀ ਹੈ, ਜੇ ਦੂਜੇ ਦੀ ਬਣੀ ਹੈ ਤੇ ਗੁਰਮੁਖੋ ਜੇ 14ਵੇਂ ਦੀ ਬਣ ਗਈ ਤੇ ਗੁਨਾਹ ਕੀ? ਕਿਉਂਕਿ ਇਹ ਯਾਦਗਾਰਾਂ ਪੈਸਿਆਂ ਨਾਲ ਨਹੀਂ ਬਣੀਆਂ, ਸਿਰ ਦੇ ਕੇ ਬਣੀਆਂ ਨੇ, ਸਿਰ ਦੇ ਕੇ। ਇਸ ਪਾਸੇ ਮੈਂ ਨਾ ਜਾਵਾਂ। ਗੁਰਮੁਖੋ ਸਰਕਾਰ ਨੇ ਚੌਂ ਪਾਸੀ ਚੌਕਸੀ ਕਰ ਲਈ, ਇਸ ਕੌਮ ਨੂੰ ਸਬਕ ਸਿਖਾਉਣਾ ਹੀ ਸਿਖਾਉਣਾ। ਔਰ ਸੰਤ ਬਾਬਾ ਜਰਨੈਲ ਸਿੰਘ ਜਿਹੜੇ ਅਕਾਲ ਤਖਤ ਇੱਥੇ ਗੁਰੂ ਨਾਨਕ ਨਿਵਾਸ ਵਿੱਚ ਰਹਿੰਦੇ ਸਨ, ਉਹ ਅਕਾਲ ਤਖਤ ਸਾਹਿਬ ਪਹੁੰਚ ਗਏ।
ਵੱਖ-ਵੱਖ ਕਮਰਿਆਂ ਦੇ ਵਿੱਚ ਗੁਰੂ ਕੇ ਲਾਲ ਬਾਣੀ ਪੜ੍ਹਨ ਵਾਲੇ ਨਿਤਨੇਮੀ ਜਦੋਂ ਆਪਾਂ ਪਰਿਕਰਮਾ ਕਰਦੇ ਨੇ ਨਾ, ਬਾਈ ਵਾਲਾ ਇਸ ਪਾਸੇ ਗੁੱਠ ਵਾਲਾ ਕਮਰਾ ਜਿੱਥੇ ਕੱਪੜੇ ਜਮ੍ਹਾਂ ਕਰਾਉਣੇ ਆ ਨਾ, ਇਸ ਕਮਰੇ ਵਿੱਚ ਮੈਂ ਵੀ ਰਹਿੰਦਾ ਸਾਂ। ਮੇਰੇ ਨਾਲ ਮਨਵੀਰ ਸਿੰਘ ਝੇੜੂ, ਭਾਈ ਲੱਖਾ ਸਿੰਘ ਜੀ ਨਾਗੋਕਿਆਂ ਵਾਲੇ, ਇਹ ਇਤਿਹਾਸ ਗੁਰੂ ਕੇ ਲਾਲ ਉਸ ਕਮਰੇ 'ਚ ਰਹਿੰਦੇ ਸਨ। ਸੰਤ ਬਾਬਾ ਜਰਨੈਲ ਸਿੰਘ ਨੇ ਲੰਗਰ ਦੇ ਉੱਪਰ ਸਿੱਖ ਸੰਗਤਾਂ ਨੂੰ ਉਸ ਸਮੇਂ ਦੇ ਹਾਲਾਤਾਂ ਤੋਂ ਜਾਣੂ ਕਰਾਉਣਾ। ਜਦੋਂ ਮੋਰਚਾ ਲੱਗਾ ਤੇ ਮੈਂ ਇਸ ਥਾਂ ਤੋਂ ਗ੍ਰਿਫਤਾਰੀ ਦਿੱਤੀ ਤੇ 3.5 ਮਹੀਨੇ ਲੁਧਿਆਣਾ ਜੇਲ੍ਹ ਵਿੱਚ ਮੈਂ ਕੱਟੇ। ਰਿਹਾ ਹੋ ਕੇ ਆਇਆ ਤੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਵੀ ਗਿਆਨੀ ਦਲੀਪ ਸਿੰਘ ਜੀ ਬਜ਼ੁਰਗ ਨੇ ਤੇ ਤੂੰ ਇੱਥੇ ਰਹੋ, ਜਦੋਂ ਕਿਤੇ ਢਿੱਲੇ ਮੱਠੇ ਹੁੰਦੇ ਤੂੰ ਕਥਾ ਕਰਿਆ ਕਰ। ਸ਼ਾਇਦ ਉਹਨਾਂ ਨੂੰ ਗਿਆਨ ਸੀ ਵੀ ਇਸ ਥਾਂ ਤੇ ਇਸ ਗੁਰਮੁਖ ਨੂੰ ਅਸੀਂ ਡਿਊਟੀ ਦੇਣੀ, ਉਹ ਬਹਾਨਾ ਬਣਿਆ ਇੱਥੇ ਮੈਨੂੰ ਫਿੱਟ ਕਰਨ ਦਾ। ਬਾਬਾ ਠਾਕਰ ਸਿੰਘ ਜੀ ਆਏ ਲੰਗਰ ਦੇ ਉੱਪਰ, ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗੇ ਵੀ ਇਹ ਭਾਈ ਜਸਵੰਤ ਸਿੰਘ ਸਾਨੂੰ ਦੇ ਦਿਓ। ਕਹਿਣ ਲੱਗੇ ਲੈ ਜਾਓ। ਮੇਰੀ ਡਿਊਟੀ ਬਾਬਾ ਠਾਕਰ ਸਿੰਘ ਨੇ ਅੰਮ੍ਰਿਤ ਸੰਚਾਰ ਵਿੱਚ ਲਾਈ, ਅੰਮ੍ਰਿਤ ਛਕਾਉਣ ਦੇ, ਔਰ 3 ਤਰੀਕ ਨੂੰ ਸਾਡੀ ਡਿਊਟੀ ਲੱਗੀ ਸੰਗਰੂਰ ਜ਼ਿਲ੍ਹੇ ਵਿੱਚ ਅੰਮ੍ਰਿਤ ਛਕਾਉਣ ਦੀ ਜਾਣ ਲਈ। ਅਸੀਂ 5 ਪਿਆਰੇ ਸਾਹਿਬਾਨ ਤੇ ਨਾਲ ਸਾਡੇ ਇੱਕ ਸੇਵਾਦਾਰ ਜਿਹੜਾ ਕਿਸੇ ਹੋਰ ਇਲਾਕੇ ਦਾ ਹਿੰਦੀ ਬੋਲਦਾ ਸੀ, ਜਿਹਨੂੰ ਅਸੀਂ ਭਈਆ ਕਹਿ ਦਿੰਦੇ ਹਾਂ, ਉਹਨੇ ਅੰਮ੍ਰਿਤ ਛਕਿਆ ਸੀ ਤੇ ਉਹ ਸੇਵਾਦਾਰ ਦੀ ਡਿਊਟੀ ਦਿੰਦਾ ਸੀ। ਮੈਨੂੰ ਕਹਿੰਦਾ ਵੀ ਗਿਆਨੀ ਜੀ ਆਪ ਨੂੰ ਕਿਰਪਾਨਾਂ ਤੇ ਕਸ਼ਹਿਰੇ ਘੱਟ ਨੇ ਤੇ ਆਪ ਅੰਮ੍ਰਿਤਸਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਭਾਈ ਗੁਰਮੁਖ ਸਿੰਘ ਕੋਲੋਂ ਲੈ ਲਈਏ, ਕਿਉਂਕਿ ਭਾਈ ਗੁਰਮੁਖ ਸਿੰਘ ਸੰਤਾਂ ਦੀ ਗੜਵਈ ਸਨ ਤੇ ਅਸੀਂ ਜਿਹੜੇ ਕਕਾਰ ਸਨ ਉਹਨਾਂ ਤੋਂ ਲੈਂਦੇ ਸਾਂ। ਗੁਰੂ ਰਾਮਦਾਸ ਸਰਾਂ ਦੇ ਅੱਗੇ ਆਣ ਕੇ ਅਸੀਂ ਆਪਣੀ ਗੱਡੀ, ਨਿਸ਼ਾਨ ਗੱਡੀ ਸੀ, ਉਹ ਲਾ ਦਿੱਤੀ ਤੇ ਮੈਂ 5 ਪਿਆਰੇ ਸਬਾਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ 2 ਘੰਟੇ ਆਪਾਂ ਰੁਕਣਾ, ਤੁਸੀਂ ਇਸ਼ਨਾਨ ਪਾਨ ਕਰ ਲਓ, ਅਸੀਂ ਕਕਾਰ ਲੈ ਆਈਏ। ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਦੋਂ ਅਸੀਂ ਲਾਚੀ ਬੇਰੀ ਦੇ ਕੋਲੋਂ ਗੁਰਮੁਖੋ ਅਕਾਲ ਤਖਤ ਸਾਹਿਬ ਨੂੰ ਹੋਏ ਨਾ, ਤੇ ਯਕੀਨ ਕਰਿਆ ਜੇ ਮੇਰੇ ਤੋਂ ਕੇਵਲ ਤੇ ਕੇਵਲ 3 ਗਜ ਉਹ ਗੁਰਮੁਖ ਪਿਆਰਾ ਸੇਵਾਦਾਰ ਸੀ। ਇਸ ਪਾਸੇ ਖੱਬੀ ਪੁਰਪੜੀ 'ਚ ਉਹਦੇ ਗੋਲੀ ਵੱਜੀ ਤੇ ਇੱਕਦਮ ਥੱਲੇ ਡਿੱਗ ਪਿਆ। ਇਹ ਮੇਰੀ ਹੱਡ ਬੀਤੀ ਅੱਖੀਂ ਵੇਖਣ ਦੀ ਘਟਨਾ, ਚਸ਼ਮਦੀਦ। ਜਿਹੜਾ ਮੇਰਾ ਸਾਥੀ ਸੇਵਾਦਾਰ ਸੀ ਨਾ, ਇਸ ਪਾਸੇ ਤੋਂ ਜਿਹੜੇ ਪਾਸੇ ਆ ਗੇਟ ਵਿੱਚ ਗੋਲੀਆਂ ਵੱਜੀਆਂ ਨੇ, ਇਸ ਪਾਸੇ ਤੋਂ ਗੋਲੀ ਆਈ, ਉਸ ਗੁਰੂ ਕੇ ਲਾਲ ਦੀ ਖੱਬੀ ਪੁਰਪੜੀ 'ਚ ਵੱਜੀ। ਉਹ ਧਰਮ ਕਰਕੇ ਡਿੱਗ ਪਿਆ ਤੇ ਮੁੜ ਕੇ ਗੋਲੀਆਂ ਇੰਨੀਆਂ ਚੱਲੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਗੜਿਆਂ ਦਾ ਮੀਂਹ ਵਰਦਾ। ਜਿੱਥੇ ਆਪਾਂ ਟੂਟੀਆਂ ਦੇ ਹੱਥ ਧੋਣੇ ਆ, ਮੈਂ ਗੁਰੂ ਕੀ ਸੰਗਤ ਕਹਿ ਰਿਹਾ ਵੀ ਮੈਂ ਘਬਰਾ ਗਿਆ ਵੀ ਇਹ ਕੀ ਹੋਇਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਬੰਦਾ ਬੌਂਦਲ ਜਾਂਦਾ ਵੀ ਇੱਕਦਮ ਗੋਲੀਆਂ ਦਾ ਮੀਂਹ। ਮੈਂ ਉਸ ਥਾਂ ਤੇ ਖਲੋ ਗਿਆ ਤੇ ਜਿਹੜੀ ਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਲੰਗਰ ਦੇ ਕੋਲ ਡਿਉੜੀ ਹੈ, ਮੈਨੂੰ ਇਸ ਗੱਲ ਦੀ ਪਛਾਣ ਨਹੀਂ ਵੀ ਉਹ ਬੀਬੀ ਸੀ ਜਾਂ ਉਹ ਭਰਾ ਸੀ ਸਾਡਾ। ਉਹ ਢੋਲ ਆ ਕੇ ਬੈਠਾ ਸੀ, ਇੱਥੇ ਗੋਲੀਆਂ ਵੱਜਦੀਆਂ ਤੇ ਪੱਥਰ ਉੱਡਦਾ। ਉਸ ਗੁਰੂ ਕੇ ਲਾਲ ਨੂੰ ਜਾਂ ਮੇਰੀ ਭੈਣ ਨੂੰ ਗੋਲੀ ਵੱਜੀ ਤੇ ਜਿਵੇਂ ਚੱਕਰੀ ਭੌਂਦੀ ਹੈ ਨਾ, ਇਸ ਤਰ੍ਹਾਂ ਉਹ ਡਿਉੜੀ ਦੇ ਵਿੱਚੋਂ ਭੌਂਦਾ ਭੌਂਦਾ ਪਰਿਕਰਮਾ 'ਚ ਡਿੱਗ ਪਿਆ। ਮੈਂ ਇਹ ਆਪਣੀਆਂ ਅੱਖਾਂ ਨਾਲ ਸੀਨ ਵੇਖਿਆ। ਉਹ ਪੁਰਾਣੀ ਚੜ੍ਹਾਈ ਕਰ ਗਿਆ। ਮੇਰੇ ਮਨ ਵਿੱਚ ਇਹ ਵਿਚਾਰ ਆਈ ਵੀ ਮਨਾਂ ਬਹੁਤ ਲਾਗੇ ਹੈ ਤੇ ਜੇ ਅੰਦਰ ਹਰਿਮੰਦਰ ਸਾਹਿਬ ਮੱਥਾ ਟੇਕਦਿਆਂ ਗੋਲੀ ਵੱਜੇ ਤੇ ਕੰਮ ਸੈੱਟ ਰਹਿ, ਕਿਉਂਕਿ ਬਾਣੀ ਕਹਿੰਦੀ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਖਿਆਲ ਹੈ ਨਾ, ਜਿਹੜਾ ਪੁਲ ਸੀ ਉਹ ਬਿਲਕੁਲ ਖਾਲੀ। ਦੌੜ ਕੇ ਮੈਂ ਅੰਦਰ ਗਿਆ, ਮੱਥਾ ਟੇਕਿਆ ਤੇ ਮੈਂ ਵਿਸ਼ੇਸ਼ ਤੌਰ ਤੇ ਜਿਹੜੇ ਗੁਰੂ ਕੇ ਰਾਗੀ ਸਿੰਘ ਉਹਨੂੰ ਨਮਸਕਾਰ ਕਰਦਾ। ਕਿਉਂ? ਸਾਡੇ ਵਰਗੇ ਘਾਬਰ ਗਏ, ਲੇਕਿਨ ਰਾਗੀ ਸਿੰਘਾਂ ਦੀ ਮਾਨਸਿਕ ਅਵਸਥਾ ਵਿੱਚ ਰੰਚਕ ਮਾਤਰ ਵੀ ਭੈ ਨਹੀਂ ਸੀ। ਉਹ ਕੀਰਤਨ ਬਿਲਕੁਲ ਸੁਰਤਾਲ ਤੇ ਰਾਗਾਂ 'ਚ ਕਰ ਰਹੇ ਸਨ। ਇਸ ਕਰਕੇ ਮੈਂ ਉਹਨਾਂ ਰਾਗੀ ਸਿੰਘਾਂ ਨੂੰ ਮੱਥਾ ਟੇਕਦਾ ਹਾਂ
ਮੱਥਾ ਟੇਕ ਕੇ ਮੈਂ ਫਿਰ ਵਾਪਸ ਆ ਗਿਆ। ਅਕਾਲ ਤਖਤ ਸਾਹਿਬ ਜਿੱਥੇ ਆਪਾਂ ਮੱਥਾ ਟੇਕਦੇ ਹਾਂ ਉੱਥੇ ਗੋਲੀਆਂ ਦਾ ਢੇਰ ਲੱਗਾ ਸੀ ਤੇ ਮਨਾਵਾ ਪਿੰਡ ਦੇ ਜਿਹੜਾ ਸਾਡੇ ਭੂਰਿਆਂ ਦੇ ਬਿਲਕੁਲ ਲਾਗੇ ਹੈ, ਬਾਬਾ ਲੱਖੂ ਜੀ ਜਿਨ੍ਹਾਂ ਦੇ ਬਾਰੇ ਆਪਾਂ ਇਤਿਹਾਸ ਪੜ੍ਹਦੇ ਵੀ ਜਿਨ੍ਹਾਂ ਦੀ ਬਚਨ ਨਾਲ ਆਵਾ ਕੱਚਾ ਰਿਹਾ, ਉਹਨਾਂ ਦੀ 10ਵੀਂ ਪੀੜ੍ਹੀ ਸਨ ਚਾਚਾ ਸੁਜਾਨ ਸਿੰਘ। ਮੇਰੇ ਦੁਨਿਆਵੀ ਰਿਸ਼ਤੇ ਕਰਕੇ ਚਾਚੇ ਲੱਗਦੇ ਸਨ ਭਾਈਚਾਰੇ ਦੇ ਤੌਰ ਤੇ। ਉਹ ਇਕੱਲੇ ਉੱਥੇ ਗੋਲੀਆਂ ਦੇ ਢੇਰ ਕੋਲ ਬੈਠੇ, ਜਿਵੇਂ ਦਾਣਿਆਂ ਦਾ ਢੇਰ ਹੁੰਦਾ ਨਾ, ਇੰਨੀਆਂ ਗੋਲੀਆਂ ਸਨ। ਮੈਂ ਜਾ ਕੇ ਫਤਿਹ ਬੁਲਾਈ ਤੇ ਕਹਿਣ ਲੱਗੇ, ਗਿਆਨੀ ਸਾਹਿਬ ਪੁੱਤਰਾ ਤੂੰ ਕਿਵੇਂ ਕਾਬੂ ਆ ਗਿਆ? ਮੈਂ ਕਿਹਾ ਚਾਚਾ ਜੀ ਇਸ ਕੰਮ ਲਈ ਆਏ ਸਾਂ, ਕਕਾਰ ਲੈਣ ਲਈ, ਤੇ ਇੱਥੇ ਗੱਲ ਹੋਰ ਹੋ ਗਈ। ਉਹ ਮੈਨੂੰ ਕਹਿਣ ਲੱਗੇ ਥੋੜ੍ਹੀ ਜਿਹੀ ਸੇਵਾ ਕਰ। ਮੈਂ ਕਿਹਾ ਦੱਸੋ। ਤੇ ਜਿਹੜੇ ਕਮਰੇ 'ਚ ਮੈਂ ਪਹਿਲਾਂ ਰਹਿੰਦਾ ਰਿਹਾ ਸਾਂ ਨਾ ਗੁੱਠਵਾਲੇ 'ਚ, ਮੈਨੂੰ ਕਹਿੰਦੇ 3 ਹਥਿਆਰ, ਮੈਂ ਹਥਿਆਰਾਂ ਦੇ ਨਾਂ ਨਹੀਂ ਜਾਣਦਾ ਕਿਉਂਕਿ ਮੇਰਾ ਮਹਿਕਮਾ ਨਹੀਂ। ਮੈਨੂੰ ਅੱਜ ਤੱਕ ਵੀ ਜੇ ਤੁਸੀਂ ਆਖੋ ਨਾ ਵੀ ਸ਼ਾਇਦ ਗਿਆਨੀ ਜੀ ਜਾਣ ਕੇ ਟਾਲਾ ਕਰ ਗਏ ਨੇ, ਮੈਨੂੰ ਅੱਜ ਤੱਕ ਵੀ ਪਤਾ ਨਹੀਂ ਵੀ ਪਿਸਤੌਲ ਕਿਹਨੂੰ ਕਹਿੰਦੇ ਤੇ ਰਿਵਾਲਵਰ ਕਿਹਨੂੰ ਕਹਿੰਦੇ ਨੇ, ਮੇਰੀ ਇਹ ਲੈਣ ਨਹੀਂ। ਮੈਨੂੰ ਕਹਿਣ ਲੱਗੇ 300 ਗੋਲੀ ਤੂੰ ਗਿਣ ਕੇ ਲੈ ਲਾ। ਮੈਂ ਉਹ ਆਪਣੇ ਪਰਨੇ ਵਿੱਚ 300 ਗੋਲੀ ਪਾਈ ਔਰ ਜਿਹੜੀ ਉਹ 3 ਹਥਿਆਰ ਸਨ ਉਹ ਗੁਰੂ ਕੇ ਲਾਲ ਜਿਹੜੇ ਫੌਜੀ ਸਿੰਘ ਸਨ ਕਹਿਣ ਲੱਗੇ ਵੀ ਇਹ ਫੌਜੀ ਸਿੰਘਾਂ ਨੂੰ ਦੇਣੇ ਨੇ, ਮੈਂ ਉੱਥੇ ਦਿੱਤੇ। ਉਪਰੰਤ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ, ਇਹ ਗੱਲ ਮੈਂ ਕਹਿਣੀ ਭੁੱਲ ਚਲਿਆ ਸਾਂ। ਜਦੋਂ ਮੈਂ ਲਾਚੀ ਬੋਰੀ ਦੇ ਪਰਾਂ ਜਿਹੜੀਆਂ ਟੂਟੀਆਂ ਨੇ ਉੱਥੇ ਖਲੋਤਾ ਸੀ ਜਿੱਥੇ ਆਪਾਂ ਹੱਥ ਧੋਨੇ ਆ, ਮੈਂ ਇਹਨਾਂ ਨੇਤਰਾਂ ਦੇ ਨਾਲ ਜਰਨਲ ਸ਼ਵੇਗ ਸਿੰਘ ਨੂੰ ਵੇਖਿਆ। ਖਾਸ ਕਰਕੇ ਜਦੋਂ ਮੈਂ ਮੁਤਾਸਰ ਹਾਂ, ਜਰਨਲ ਸ਼ਵੇਗ ਸਿੰਘ ਤੇ ਨਾਲ ਉਹਨਾਂ ਦੇ ਇੱਕ ਸਿੰਘ ਉਹਨਾਂ ਦਾ ਸੇਵਾਦਾਰ ਹੋਏਗਾ ਜਿਹਨੂੰ ਅਸੀਂ ਖਜ਼ਾਨਾ ਕਹਿੰਦੇ ਆ। ਉਹਦਾ ਖਜ਼ਾਨਾ ਗੋਲੀਆਂ ਨਾਲ ਭਰਿਆ ਪਿਆ ਸੀ ਤੇ ਜਰਨਲ ਸ਼ਵੇਗ ਸਿੰਘ ਆਪਣੇ ਹੱਥ ਦੇ ਇਸ਼ਾਰਿਆਂ ਦੇ ਨਾਲ ਉਹਨੂੰ ਕੁਝ ਸਮਝਾ ਰਹੇ ਸਨ। ਤੇ ਜਿਹੜੀ ਗੱਲ ਤੋਂ ਮੁਤਾਸਰਾਂ ਦੇ ਤੁਹਾਨੂੰ ਕਹਿਣੀ ਚਾਹੁੰਦਾ, ਉਸ ਗੁਰੂ ਕੇ ਲਾਲ ਦੇ ਚਿਹਰੇ ਦੇ ਉੱਪਰ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ ਸੀ। ਆਪਾਂ ਤਾਂ ਘਬਰਾ ਜਾਂਦੇ ਹਨ। ਮੈਂ ਆਪਣੀ ਬੇਨਤੀ ਕੀਤੀ ਵੀ ਮੈਂ ਘਬਰਾ ਗਿਆ, ਪਰ ਉਸ ਗੁਰੂ ਕੇ ਲਾਲ ਦੇ ਚਿਹਰੇ ਤੇ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ। ਤੇ ਉਹ ਇਉਂ ਫਿਰਦਾ ਸੀ ਜਿਵੇਂ ਵਿਆਹ ਵਾਲੇ ਘਰ ਵਿੱਚ ਵਿਆਹ ਵਾਲੇ ਕਾਕੇ ਦੀ ਮਾਂ ਖੁਸ਼ੀ ਹੁੰਦੀ ਹੈ। ਔਰ ਉਸ ਗੁਰੂ ਕੇ ਲਾਲ ਨੇ ਥਾਂ ਥਾਂ ਤੇ ਜਿਹੜੇ ਮੋਰਚੇ ਸਨ ਉਹਨਾਂ ਦੀ ਨਜ਼ਰਸਾਨੀ ਕੀਤੀ। ਤੇ ਜਦੋਂ ਉਹ ਸ਼ਹੀਦ ਹੋਇਆ ਨਾ, ਉਹਨੂੰ ਅਕਾਲ ਤਖਤ ਸਾਹਿਬ ਚੱਕ ਕੇ ਲੈ ਕੇ ਗਏ। ਅਸੀਂ ਵੀ ਯਾਰੀਆਂ ਪਾਉਣੇ ਆ ਪਦਾਰਥਾਂ ਲਈ। ਇੱਥੋਂ ਤੱਕ ਕਈ ਘਟੀਆ ਲੋਕ ਕਿਸੇ ਦੀ ਪੱਤ ਲੁੱਟਣ ਦੀ ਯਾਰੀ ਪਾਉਂਦੇ ਨੇ, ਘਟੀਆ ਲੋਕ। ਸਰਦਾਰ ਸ਼ਵੇਗ ਸਿੰਘ ਜਨਰਲ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗਾ, ਸੰਤ ਜੀ ਅਸੀਂ ਜਿੰਨੇ ਜੋਗੇ ਸਾਂ ਨਿਭਾ ਦਿੱਤੇ ਤੇ ਮੇਰੀ ਇੱਕ ਅਰਦਾਸ ਕਰਿਆ ਜੀ। ਕਹਿੰਦੇ ਦੱਸੋ। ਕਹਿੰਦੇ ਮੈਂ ਵਾਰ-ਵਾਰ ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਕੇ ਚਰਨਾਂ ਤੋਂ ਸ਼ਹੀਦ ਹੁੰਦਾ ਨਾ, ਮੇਰੀ ਇਹੋ ਹੀ ਇੱਕ ਮੰਗ ਹੈ। ਇਹ ਗੱਲ ਜਰਨਲ ਸ਼ਵੇਗ ਸਿੰਘ ਨੇ ਪ੍ਰਾਣ ਛੱਡਣ ਲੱਗੇ ਆਖਿਆ, ਸੰਤ ਜੀ ਮੈਨੂੰ ਆਪਣਾ ਜਾਣ ਕਰਕੇ ਮੇਰੀ ਇੱਕ ਅਰਦਾਸ ਕਰੋ ਵੀ ਮੈਂ ਵਾਰ-ਵਾਰ ਸਿੱਖਾਂ ਦੇ ਘਰ ਜਨਮ ਲੈ ਕੇ ਇਹ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੁੰਦਾ ਰਹਾਂ। ਉਹਨਾਂ ਦੇ ਵਿੱਚ ਇੱਕ ਭਾਈ ਦਲਬੀਰ ਸਿੰਘ ਤੇ ਧਗਾਣੇ ਪਿੰਡ ਦਾ, ਧਗਾਣਾ ਇਹ ਮੁਕਤਸਰ ਸਾਹਿਬ ਦੇ ਲਾਗੇ ਹੈ। ਧਗਾਣਾ, ਰਪਾਣਾ ਤੇ ਖਦਰਾਣਾ, ਉਹ ਤਿੰਨਾਂ ਪਿੰਡਾਂ ਦਾ ਆਪਾਂ ਗੱਲ ਪੜ੍ਹਦੇ ਹਾਂ। ਉਹ ਗੁਰੂ ਕਾ ਲਾਲ ਸਾਰੀ ਰਾਤ ਸਵਰ 'ਚ ਖਲੋ ਕਰਕੇ ਗੁਰਮੁਖੋ ਜਪਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ। ਤੇ ਮਹਾਂਪੁਰਸ਼ਾਂ ਨੇ ਬੁਲਾਇਆ ਵੀ ਉਹਨੂੰ ਬੁਲਾ ਕੇ ਲਿਆਓ। ਕਈਆਂ ਦਾ ਖਿਆਲ ਹੈ ਵੀ ਮਹਾਂਪੁਰਸ਼ਾਂ ਦਾ ਵਿਚਾਰ ਸੀ ਵੀ ਉਹਨੂੰ ਦਮਦਮੀ ਟਕਸਾਲ ਦੀ ਸੇਵਾ ਦਿੱਤੀ ਜਾਏ। ਉਸ ਭਾਈ ਦਲਬੀਰ ਸਿੰਘ ਨੇ ਪੰਕਤੀਆਂ ਪੜ੍ਹੀਆਂ, ਜਿਸ ਪਿਆਰੇ ਸੁਣੂ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਕਹਿਣ ਲੱਗੇ, ਸੰਤ ਜੀ ਤੁਹਾਡੇ ਨਾਲ ਪਿਆਰ ਹੈ ਤੇ ਮੈਂ ਚਾਹੁੰਦਾ ਵੀ ਤੁਹਾਡੇ ਤੋਂ ਪਹਿਲਾਂ ਦੁਨੀਆ ਤੋਂ ਜਾਵਾਂ। ਜਦੋਂ ਅਕਾਲ ਤਖਤ ਸਾਹਿਬ ਤੋਂ ਮਹਾਂਪੁਰਸ਼ ਬਾਹਰ ਨਿਕਲੇ ਨਾ, ਤੇ ਭਾਈ ਕਾਬਲ ਸਿੰਘ ਜਿਨ੍ਹਾਂ ਨੇ ਨਿਰੰਕਾਰੀ ਨੂੰ ਗੱਡੀ ਚੜਾਇਆ ਸੀ,
ਕਹਿਣ ਲੱਗੇ ਕਾਬਲ ਸਿੰਘ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਸੋਨੇ ਨਾਲ ਤੋਲਣ ਦਾ ਤੇ ਕੋਈ ਮੰਗ। ਕਹਿਣ ਲੱਗਾ ਮਹਾਂਪੁਰਸ਼ੋ ਮੰਗ ਕਾਹਦੀ ਹੈ, ਜਿੱਥੇ ਇੱਥੇ ਪ੍ਰੇਮ ਬਣਿਆ ਪਰਲੋਕ ਵਿੱਚ ਵੀ ਆਪਣਾ ਪ੍ਰੇਮ ਬਣਿਆ ਰਹੇ ਤੇ ਮੈਨੂੰ ਨਾਲ ਹੀ ਲਈ ਚਲੋ। ਇਸ ਪ੍ਰਕਾਰ ਉਹ ਗੁਰੂ ਕੇ ਹੀਰਿਆਂ ਨੇ ਕੁਰਬਾਨੀ ਦਿੱਤੀ। ਭਾਈ ਅਮਰੀਕ ਸਿੰਘ ਨੇ ਹੋਰ ਗੁਰੂ ਕੇ ਲਾਲ। ਉਹ ਕੱਲ੍ਹ ਤੇ ਪਰਸੋਂ ਭਾਈ ਜਸਵੀਰ ਸਿੰਘ ਖਾਲਸਾ ਦੀ ਡਿਊਟੀ ਹੈ ਗੁਰਮੁਖੋ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਇਹ ਜੋ ਕੁਝ ਹੈ ਮੈਂ ਜੋ ਆਪਣੀ ਅੱਖੀਂ ਵੇਖਿਆ ਉਹਦੇ ਮੁਤਾਬਕ ਬੇਨਤੀ ਕੀਤੀ ਹੈ ਕਿ ਮੁੜ ਕੇ ਮੈਂ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਆਇਆ। ਅਸੀਂ 2 ਦਿਨ ਪਹਿਲਾਂ ਸੈਦੋਲਲ ਪਿੰਡ ਵਿੱਚ ਅੰਮ੍ਰਿਤ ਛਕਾਇਆ ਸੀ। ਉਹਨਾਂ ਤੋਂ ਬਸਤਰ ਲੈ ਕਰਕੇ ਮੁੜ ਕੇ ਮੈਂ ਮਹਿਤੇ ਚਲਾ ਗਿਆ। ਇਹ ਥੋੜ੍ਹੀ ਕੁ ਮੇਰੇ ਅੱਖੀਂ ਵੇਖਣ ਦੀ ਘਟਨਾ ਹੈ। ਔਰ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕਰਕੇ ਬਰਾਂਡਿਆਂ ਵਿੱਚ ਬੈਠੀਆਂ ਸਨ ਔਰ ਉਹਨਾਂ ਪਾਪੀਆਂ ਨੇ ਉਹਨਾਂ ਨੂੰ ਭੁੰਨਿਆ। ਆਹ ਜਿਹੜਾ ਸਮੁੰਦਰੀ ਹਾਲ ਦੇ ਉਰਲੇ ਪਾਸੇ ਵਿਹੜਾ ਨਾ, ਇਸ ਥਾਂ 'ਤੇ ਉਹਨਾਂ ਨੇ ਉੱਪਰੋਂ ਬੰਬ ਸੁੱਟਿਆ, ਜਿਹਦੇ ਵਿੱਚ ਬੱਗਾ ਸਿੰਘ ਬਠਿੰਡੇ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ, ਗੁਰਚਰਨ ਸਿੰਘ ਸਕੱਤਰ ਤੇ ਹੋਰ ਬਹੁਤ ਸਾਰੇ ਪਰਮੇਸ਼ਰ ਦੇ ਪਿਆਰੇ ਮਾਰੇ ਗਏ। ਇੱਕ ਬੀਬੀ ਚੜ੍ਹਾਈ ਕਰ ਗਈ, ਉਹਦੀ ਛਾਤੀ ਤੇ ਉਹਦਾ ਬੱਚਾ ਸੀ। ਇੱਕ ਮੁਲਾਜ਼ਮ ਆਇਆ, ਉਹਨੇ ਬੱਚੇ ਨੂੰ ਧੂ ਕੇ ਪਟਕਾ ਕਰਕੇ ਬੁਰਜੀ ਨਾਲ ਮਾਰ ਕੇ ਉਹਨੂੰ ਸ਼ਹੀਦ ਕੀਤਾ। ਇਹ ਉਹਨਾਂ ਗੁਰਮੁਖ ਪਿਆਰੇ ਦਾਸਤਾਨ ਕਹਿਣ ਤੋਂ ਭਾਵ ਇਹ ਹੈ ਵੀ ਗੁਰਮੁਖੋ ਜਿਹਨੂੰ ਕਹਿੰਦੇ ਨੇ ਫਿਲ ਇਨ ਬਲੈਂਕਸ, ਅਸੀਂ ਉਹਨਾਂ ਆਪਣੇ ਵਡੇਰਿਆਂ ਨੂੰ ਚੇਤੇ ਕਰੀਏ। ਉਹਨਾਂ ਗੁਰੂ ਧਾਮਾਂ ਲਈ ਕੀ ਕੀਤਾ, ਅਸੀਂ ਕਿੱਥੇ ਕੁ ਚਲੇ ਗਏ ਹਾਂ। ਤੇ ਪਰਸੋਂ 6 ਜੂਨ ਨੂੰ ਉਹ ਦਿਹਾੜਾ ਮਨਾਇਆ ਜਾਣਾ। ਮੈਂ ਆਪਣੇ ਕੌਮ ਦੇ ਭਰਾਵਾਂ ਨੂੰ ਬੇਨਤੀ ਕਰਾਂ ਜਿਨ੍ਹਾਂ ਨੇ ਉੱਥੇ ਹਾਜ਼ਰੀ ਭਰਨੀ ਹੈ, ਉਹ ਇੱਕ ਦੂਜੇ ਨੂੰ ਗੱਲ ਬੱਕੜੀਆਂ ਪਾ ਕੇ ਮਿਲਣ। ਉੱਥੇ ਇਹੋ ਜਿਹਾ ਹਾਲਾਤ ਨਾ ਬਣਾਉਣ ਵੀ ਭਰਾ ਦੇ ਨਾਲ ਭਰਾ ਬਣੇ। ਇਹ ਪੁਲਿਸ ਵਾਲੇ ਸਾਡੀਆਂ ਬਾਹਾਂ ਮਰੋੜ ਕਰਕੇ ਸਾਨੂੰ ਬਾਹਰ ਲਿਜਾਣ। ਮੈਂ ਬੇਨਤੀ ਕਰਾਂਗੀ ਕਿ ਸਾਨੂੰ ਇਹਨਾਂ ਹਾਲਾਤਾਂ ਤੋਂ ਸੰਕੋਚ ਕਰਨਾ ਚਾਹੀਦਾ। ਇਹ ਬੇਨਤੀ ਰੂਪ ਵਿੱਚ ਮੈਂ ਕਹਿ ਰਿਹਾ। ਧੰਨਵਾਦ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੀਆਂ ਸੰਗਤਾਂ ਦਾ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।